Hello everyone and a warm welcome at Maluka IAS for our today's session on important topics from current affairs. So let's start with our first topic, that is SAAT scheme. Very important. The scheme has been recently launched by SIDBI, the Small Industries Development Bank of India. Important facts about the scheme that we have to keep in our mind are: it is a new financial scheme. ठीक है जी, एक वित्तीय योजना है जिहदे तहत कुछ पर्टिकुलर सैक्टर्स ਨੂੰ जो सिडवी है स्मॉल इंडस्ट्रीज डेवलपमेंट बैंक ऑफ इंडिया उन्हें लोन्स प्रोवाइड करने ने. ठीक है जी, launched by Small Industries Development Bank of India. Scheme was launched at ਹੁਸ਼ਿਆਰਪੁਰ. Very important. ਇਹ ਜਿਹੜੀ ਸਕੀਮ ਆ ਇਹਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਲਾਂਚ ਕੀਤਾ ਗਿਆ. ਇਸ ਸਕੀਮ ਨੇ ਜੋ ਕਹਿ ਲਓ ਵੀ ਫਾਈਨੈਂਸਿਸ ਜਾਂ ਲੋਨਸ ਪ੍ਰੋਵਾਈਡ ਕਰਨੇ ਨੇ ਉਹ ਥਰੂ ਆਊਟ ਇੰਡੀਆ ਪ੍ਰੋਵਾਈਡ ਕਰਨੇ ਨੇ ਟੂ SC ST entrepreneurs belonging to scheduled caste and scheduled tribes. ਉਹਨਾਂ ਨੂੰ ਇਹਨਾਂ ਨੇ ਲੋਨਸ ਪ੍ਰੋਵਾਈਡ ਕਰਨੇ ਨੇ. ਬਟ ਜੋ ਸਕੀਮ ਹੈ ਇਟ ਵਾਜ਼ ਲਾਂਚਡ ਇਨ ਹੁਸ਼ਿਆਰਪੁਰ ਬਾਈ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲ ਕਾਸਟ. ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲ ਕਾਸਟ ਚੇਅਰਮੈਨ ਵਿਜੇ ਸਾਂਪਲਾ ਐਂਡ ਸਿਡਵੀਜ਼ ਚੇਅਰਮੈਨ. ਠੀਕ ਹੈ ਜੀ, ਕਿਉਂਕਿ ਨੈਸ਼ਨਲ ਕਮਿਸ਼ਨ ਔਨ ਸ਼ੈਡਿਊਲ ਕਾਸਟ ਜਾਂ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲ ਕਾਸਟ ਆ ਉਹਦੇ ਜੋ ਚੇਅਰਮੈਨ ਨੇ ਉਹ ਪੰਜਾਬ ਦੇ ਇੱਕ BJP ਮੈਂਬਰ ਨੇ ਜਿਹੜੇ ਪਹਿਲਾਂ ਇੱਥੇ ਮਿਨਿਸਟਰ ਵੀ ਰਹਿ ਚੁੱਕੇ ਨੇ, ਵਿਜੇ ਸਾਂਪਲਾ ਜੀ. ਸੋ ਉਹਨਾਂ ਦੇ ਦੁਆਰਾ ਤੇ ਸਿਡਬੀ ਜੋ ਸਾਡੀ ਬੈਂਕ ਆ ਉਹਦੇ ਚੇਅਰਮੈਨ ਦੇ ਦੁਆਰਾ ਇਹ ਸਕੀਮ ਹੁਸ਼ਿਆਰਪੁਰ ਦੇ ਵਿੱਚ ਲਾਂਚ ਕੀਤੀ ਗਈ ਹੈ. ਦੈਨ ਵੀ ਵਿਲ ਟਾਕ ਅਬਾਊਟ ਦ ਏਮ ਆਫ ਦ ਸਕੀਮ, ਕੀ ਇਹਨਾਂ ਦਾ ਟਾਰਗੇਟ ਕੀ ਕਰਨਾ, ਕਾਹਦੇ ਲਈ ਸਕੀਮ ਬਣਾਈ ਗਈ ਹੈ. ਦ ਏਮ ਆਫ ਦ ਸਕੀਮ ਏਮਸ ਟੂ ਸਪੋਰਟ ਸਕੈਡਿਊਲਡ ਕਾਸਟ ਐਂਡ ਸਕੈਡਿਊਲਡ ਟਰਾਈਬ ਐਂਟਰਪ੍ਰੇਨਿਓਰਸ. ਠੀਕ ਹੈ ਜੀ, ਜਿਹੜੇ ਐਂਟਰਪ੍ਰੇਨਿਓਰਸ ਨੇ ਸਕੈਡਿਊਲਡ ਕਾਸਟ ਐਂਡ ਸਕੈਡਿਊਲਡ ਟਰਾਈਬਸ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਪ੍ਰੋਵਾਈਡ ਕਰਨ ਦੇ ਲਈ ਇਹ ਸਕੀਮ ਇੰਟਰੋਡਿਊਸ ਕੀਤੀ ਗਈ ਹੈ. ਦੈਨ ਅਬਾਊਟ ਸਮ ਆਫ ਦ ਇੰਪੋਰਟੈਂਟ ਫੀਚਰਸ ਆਫ ਦ ਸਕੀਮ. These are the first: each borrower can take a loan amounting from ₹25 lakh up to ₹3 crore. ठीक है जी, 25 ਲੱਖ ਤੋਂ ਲੈ ਕੇ 3 ਕਰੋੜ ਰੁਪਏ ਤੱਕ ਦਾ ਲੋਨ ਇਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ. ਲੋਨ ਅਮਾਊਂਟ ਕੈਨ ਬੀ ਰੀਪੇਡ ਇਨ 7 years. ਇਹਨਾਂ ਵਾਸਤੇ ਇਸ ਲੋਨ ਅਮਾਊਂਟ ਨੂੰ ਰੀਪੇ ਕਰਨ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਹੈ 7 years. ਠੀਕ ਹੈ ਜੀ. ਅੰਡਰ ਇਟ ਪ੍ਰਾਇਓਰਿਟੀ ਵੁੱਡ ਬੀ ਗਿਵਨ to those units of SC ST entrepreneurs who have already received funds under Stand Up India scheme. ਜਿਨ੍ਹਾਂ SC ST entrepreneurs ਨੇ Stand Up India scheme ਦੇ ਤਹਿਤ ਪਹਿਲਾਂ ਫੰਡਿੰਗ ਜਿਨ੍ਹਾਂ ਨੂੰ ਮਿਲ ਚੁੱਕੀ ਆ ਉਹਨਾਂ ਨੂੰ ਪ੍ਰਾਇਓਰਿਟੀ ਬੇਸਿਸ ਤੇ ਲੋਨਸ ਪ੍ਰੋਵਾਈਡ ਕੀਤੇ ਜਾਣਗੇ. ਠੀਕ ਹੈ ਜੀ. ਦੈਨ ਆਲਸੋ ਦ entrepreneur should contribute. ਜਿਹੜੇ ਇੱਕ ਤਾਂ ਉਹਨਾਂ ਨੂੰ ਲੋਨ ਦਿੱਤਾ ਜਾਣਾ 25 ਲੱਖ ਤੋਂ 3 ਕਰੋੜ ਰੁਪਏ ਤੱਕ ਦਾ ਲੋਨ ਉਹਨਾਂ ਨੂੰ ਦਿੱਤਾ ਜਾ ਸਕਦਾ. ਪਲੱਸ ਉਹਨਾਂ ਦੇ ਲਈ ਕੰਡੀਸ਼ਨ ਆ ਵੀ ਜਿਹੜੇ ਤਾਂ ਐਂਟਰਪ੍ਰੇਨਿਓਰਸ ਆਪਣੀਆਂ ਐਗਜ਼ਿਸਟਿੰਗ ਯੂਨਿਟਸ ਦੇ ਵਿੱਚ ਇਨਵੈਸਟ ਕਰਨ ਦੇ ਲਈ ਲੋਨ ਲੈ ਰਹੇ ਨੇ, ਮਤਲਬ ਕਿ ਕੋਈ ਵੀ ਪਰਟੀਕੂਲਰ ਪਰਸਨ ਆ ਜਿਹੜਾ SC ST ਕਮਿਊਨਿਟੀ ਨੂੰ ਬਿਲੋਂਗ ਕਰਦਾ ਉਹ ਕੋਈ ਪ੍ਰੋਜੈਕਟ ਚਲਾ ਰਿਹਾ. ਠੀਕ ਹੈ ਜੀ, ਉਹ ਚੱਲਦੇ ਹੋਏ ਪ੍ਰੋਜੈਕਟ ਦੇ ਵਿੱਚ ਹੋਰ ਇੰਪਰੂਵਮੈਂਟ ਕਹਿ ਲਓ ਜਾਂ ਕੁਝ ਨਵੀਆਂ ਟੈਕਨੋਲੋਜੀਜ਼ ਇੰਟਰੋਡਿਊਸ ਕਰਨ ਵਾਸਤੇ ਜਾਂ ਉਹਨੂੰ ਐਕਸਪੈਂਡ ਕਰਨ ਦੇ ਲਈ ਉਹ ਗਵਰਨਮੈਂਟ ਤੋਂ ਲੋਨ ਲੈ ਰਿਹਾ ਅੰਡਰ ਸਾਥ ਸਕੀਮ. ਬਟ ਜਿੰਨਾ ਉਹਨੂੰ ਲੋਨ ਮਿਲੂਗਾ ਉਹਦਾ 25% ਜੋ ਹੋਊਗਾ ਉਹਨੇ 20% ਜੋ ਉਹਦਾ ਅਮਾਊਂਟ ਹੋਊਗਾ ਉਹ ਉਸ ਐਂਟਰਪ੍ਰੇਨਿਓਰ ਨੇ ਖੁਦ ਇਨਵੈਸਟ ਕਰਨਾ ਆਪਣੀ ਐਗਜ਼ਿਸਟਿੰਗ ਯੂਨਿਟ ਦੇ ਵਿੱਚ. ਠੀਕ ਹੈ ਜੀ, ਸਪੋਜ਼ ਕਰ ਲਓ ਕੋਈ 100 ਰੁਪਏ ਦਾ ਲੋਨ ਲੈ ਰਿਹਾ ਅੰਡਰ ਇਹ ਸਕੀਮ. ਠੀਕ ਹੈ ਜੀ, ਤੇ 100 ਰੁਪਏ ਦੇ ਨਾਲ ਨਾਲ ਉਹਨੇ 20 ਰੁਪਏ ਆਪਣੀ ਪੋਕਟ ਚੋਂ ਵੀ ਇਨਵੈਸਟ ਕਰਨੇ ਨੇ ਆਪਣੀ ਐਗਜ਼ਿਸਟਿੰਗ ਯੂਨਿਟ ਦੇ ਵਿੱਚ. ਇਹ ਇੱਕ ਕੰਡੀਸ਼ਨ ਹੈ. ਇਹ ਤਾਂ ਹੋ ਗਈਆਂ ਐਗਜ਼ਿਸਟਿੰਗ ਯੂਨਿਟਸ ਵਾਸਤੇ. ਜੇ ਆਪਾਂ ਗੱਲ ਕਰੀਏ ਕੋਈ ਨਵੇਂ ਪ੍ਰੋਜੈਕਟ ਵਾਸਤੇ, ਜਿਵੇਂ ਕੋਈ ਪਰਸਨ SC ST ਕਮਿਊਨਿਟੀ ਨੂੰ ਬਿਲੋਂਗ ਕਰਦਾ ਉਹਨੇ ਕੋਈ ਨਵਾਂ ਪ੍ਰੋਜੈਕਟ ਐਸਟੈਬਲਿਸ਼ ਕਰਨਾ, ਉਹਦੇ ਵਾਸਤੇ ਜਿੰਨਾ ਵੀ ਲੋਨ ਉਹ ਇਸ ਸਕੀਮ ਦੇ ਤਹਿਤ ਸਾਥ ਸਕੀਮ ਦੇ ਅੰਡਰ ਸਿਡਵੀ ਤੋਂ ਲੈ ਰਿਹਾ ਉਹਦਾ 25% ਆਫ ਅਮਾਊਂਟ ਹੀ ਹੈਜ਼ ਟੂ ਇਨਵੈਸਟ
ਬਾਏ ਹਿਮ ਔਰ ਹਰਸੈਲਫ, ਠੀਕ ਹੈ ਜੀ। ਉਹਨੇ ਆਪਣੇ ਤੌਰ ਤੇ ਆਪਣੀ ਪੋਕਟ ਚੋਂ, ਆਪਣੇ ਸੇਵਿੰਗਸ ਦੇ ਵਿੱਚੋਂ ਕਹਿ ਲਓ ਜਾਂ ਜਿਵੇਂ ਵੀ ਕਹਿ ਲਓ 25% ਉਹਦਾ ਇਨਵੈਸਟ ਕਰਨਾ ਉਸ ਪ੍ਰੋਜੈਕਟ ਦੇ ਵਿੱਚ। ਇਹ ਦੋ ਕੰਡੀਸ਼ਨ ਉਹਨਾਂ ਨੇ ਰੱਖੀਆਂ ਗਈਆਂ ਨੇ। ਦੈਨ SC/ST ਐਂਟਰਪ੍ਰੇਨਿਓਰਸ ਹੂ ਆਰ ਐਲੀਜੀਬਲ ਅੰਡਰ ਦਿਸ ਸਕੀਮ, ਬਟ ਇਹਨਾਂ ਦੇ ਲਈ ਜਿਹੜੇ ਲੋਨਸ ਪ੍ਰੋਵਾਈਡ ਕੀਤੇ ਜਾ ਰਹੇ ਉਹਨਾਂ ਦੇ ਲਈ ਕੁਛ ਨਾ ਕੁਛ ਉਹਨਾਂ ਨੂੰ ਕੋਲੇਟਰਲ ਵੀ ਰੱਖਣਾ ਪੈਣਾ, ਠੀਕ ਹੈ ਜੀ। ਕੁਛ ਨਾ ਕੁਛ ਗਿਰਵੀ ਰੱਖ ਕੇ, ਹੈ ਨਾ, ਜਿਵੇਂ ਕਹਿ ਲਓ ਵੀ ਕੁਛ ਕੋਈ ਪ੍ਰੋਪਰਟੀ ਜਾਂ ਕੁਛ ਪੇਪਰਸ ਜਾਂ ਸਿਕਿਉਰਿਟੀ ਪੇਪਰਸ ਜਾਂ ਕੁਛ ਵੀ ਅਮਾਊਂਟ ਉਹਨਾਂ ਨੇ ਜਾਂ ਕੋਈ ਪਰਟੀਕੂਲਰ ਯੂਨਿਟਸ ਹੋਣਗੀਆਂ ਜੋ ਗਵਰਨਮੈਂਟ ਡਿਸਾਈਡ ਕਰੂਗੀ, ਜੋ ਸਾਡੀ ਸਿਡਵੀ ਬੈਂਕ ਡਿਸਾਈਡ ਕਰੂਗੀ, ਉਹ ਐਜ਼ ਅ ਕੋਲੇਟਰਲ ਰੱਖ ਕੇ ਉਹਨਾਂ ਨੂੰ ਲੋਨ ਦਿੱਤੇ ਜਾਣਗੇ। ਬਟ ਜਿਹੜੇ SC/ST ਐਂਟਰਪ੍ਰੇਨਿਓਰਸ ਇਸ ਸਕੀਮ ਦੇ ਅੰਡਰ ਐਲੀਜੀਬਲ ਨੇ ਲੋਨਸ ਪ੍ਰਾਪਤ ਕਰਨ ਦੇ, ਬਟ ਉਹ ਕੈਪੇਬਲ ਨਹੀਂ ਹੈ ਕੋਲੇਟਰਲ ਆਪਣੇ ਰੱਖਣ ਵਾਸਤੇ, ਠੀਕ ਹੈ ਜੀ। ਉਹਦੇ ਲਈ ਕੁਝ ਗਿਰਵੀ ਰੱਖਣ ਦੇ ਕੈਪੇਬਲ ਉਹ ਨਹੀਂ ਹੈ, ਤਾਂ ਉਹਨਾਂ ਨੂੰ ਕੋਲੇਟਰਲ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਜਾਊ। ਵੈਰੀ ਇੰਪੋਰਟੈਂਟ। SC/ST entrepreneurs who are eligible under this scheme but are not in position to provide collateral security will get credit guarantee coverage under credit guarantee fund trust for micro and small enterprises, ठीक है जी। एक सेंट्रल गवर्नमेंट ਦਾ ਸਾਡੇ ਕ੍ਰੈਡਿਟ ਗਰੰਟੀ ਫੰਡ ਟਰਸਟ ਹੈ ਫॉर ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜ਼ਸ। ਉਹਨਾਂ ਨੂੰ ਜੋ ਕ੍ਰੈਡਿਟ ਲੈ ਰਹੇ ਨੇ ਕਿਸੇ ਬੈਂਕ ਤੋਂ ਜਾਂ ਕਿਸੇ ਵੀ ਸੰਸਥਾ ਤੋਂ, ਉਸ ਕ੍ਰੈਡਿਟ ਦੇ ਅਗੇਂਸਟ ਇੱਕ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ ਇੱਕ ਫੰਡ ਟਰਸਟ ਬਣਿਆ ਹੋਇਆ। ਉਸ ਫੰਡ ਟਰਸਟ ਦੇ ਤਹਿਤ, ਉਸ ਫੰਡ ਟਰਸਟ ਦੇ ਅੰਡਰ ਇਹਨਾਂ SC/ST ਐਂਟਰਪ੍ਰੇਨਿਓਰਸ ਨੂੰ ਕ੍ਰੈਡਿਟ ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਜਾਊ, ਜਿਹੜੇ ਆਪਣਾ ਕੋਲੇਟਰਲ ਸਿਕਿਉਰਿਟੀ ਪੇ ਕਰਨ ਦੇ ਜਾਂ ਕੋਲੇਟਰਲ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਕੈਪੇਬਲ ਨਹੀਂ ਹੈ। ਵੈਰੀ ਇੰਪੋਰਟੈਂਟ, ਧਿਆਨ ਰੱਖਿਓ ਇਹ। ਦੈਨ ਇੱਕ ਹੋਰ ਸਕੀਮ ਹੈ ਜੀ ਪ੍ਰਯਾਸ। ਪ੍ਰਯਾਸ ਕੀ ਹੈ? ਪ੍ਰਯਾਸ ਅਨਦਰ ਸਕੀਮ ਆਫ ਸਿਡਵੀ। ਇਹ ਵੀ ਸਿਡਵੀ ਦੇ ਦੁਆਰਾ ਲਾਂਚ ਕੀਤੀ ਗਈ ਇੱਕ ਹੋਰ ਸਕੀਮ ਆ ਜੋ ਇਸ ਤੋਂ ਪਹਿਲਾਂ ਅੰਡਰ ਇੰਪਲੀਮੈਂਟੇਸ਼ਨ ਆ। ਇਹ ਵੀ SC/ST ਐਂਟਰਪ੍ਰੇਨਿਓਰਸ ਨੂੰ ਲੋਨਸ ਪ੍ਰੋਵਾਈਡ ਕਰਦੀ ਆ, ਬਟ ਇਹਦੇ 'ਚ ਜਿਹੜੇ ਲੋਨ ਨੇ ਉਹ ਛੋਟੀ ਅਮਾਊਂਟ ਦੇ ਹੁੰਦੇ ਨੇ, ਠੀਕ ਹੈ। ਕਿਉਂਕਿ ਜਿਹੜੀ ਸਾਡੀ ਸਾਤ ਸਕੀਮ ਆ ਉਹਦੇ ਅੰਡਰ 25 ਲੱਖ ਤੋਂ 3 ਕਰੋੜ ਰੁਪਏ ਤੱਕ ਦੇ ਲੋਨ ਪ੍ਰੋਵਾਈਡ ਕੀਤੇ ਜਾਣਗੇ, ਬਟ ਜਿਹੜੀ ਪ੍ਰਯਾਸ ਸਕੀਮ ਆ ਇਹਦੇ ਅੰਡਰ ਲੋਨ ਸਮਾਲ ਅਮਾਊਂਟ ਦੇ ਲੋਨਸ ਪ੍ਰੋਵਾਈਡ ਕੀਤੇ ਜਾਂਦੇ ਨੇ ਉਹਨਾਂ ਨੂੰ ਆਪਣਾ ਐਗਜ਼ਿਸਟਿੰਗ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ ਜਾਂ ਕੁਝ ਨਵਾਂ ਸਟਾਰਟ ਕਰਨ ਦੇ ਲਈ, ਠੀਕ ਹੈ। SC/ST ਕਮਿਊਨਿਟੀਜ਼ ਵਾਸਤੇ ਹੀ ਪ੍ਰਯਾਸ ਸਕੀਮ ਵੀ ਕੰਮ ਕਰਦੀ ਆ। ਦੈਨ ਆਪਾਂ ਗੱਲ ਕੀਤੀ ਹੈ ਸਟੈਂਡ ਅਪ ਇੰਡੀਆ ਦੀ, ਮਤਲਬ ਜਿਹੜੇ ਆਪਾਂ ਕਿਹਾ ਸੀ ਨਾ ਵੀ ਜਿਹੜੇ SC/ST ਐਂਟਰਪ੍ਰੇਨਿਓਰਸ ਜਿਨ੍ਹਾਂ ਨੂੰ ਸਟੈਂਡ ਅਪ ਇੰਡੀਆ ਦੇ ਅੰਡਰ ਪਹਿਲਾਂ ਫਾਈਨੈਂਸਿਸ ਮਿਲ ਚੁੱਕੇ ਨੇ, ਉਹਨਾਂ ਨੂੰ ਪ੍ਰਾਇਓਰਿਟੀ ਬੇਸਿਸ ਤੇ ਸਾਤ ਸਕੀਮ ਦੇ ਅੰਡਰ ਫੰਡਸ ਪ੍ਰੋਵਾਈਡ ਕੀਤੇ ਜਾਣਗੇ। ਤਾਂ ਸਟੈਂਡ ਅਪ ਇੰਡੀਆ ਸਕੀਮ ਕੀ ਹੈ? ਸਟੈਂਡ ਅਪ ਇੰਡੀਆ ਦਾ ਸਕੀਮ ਵਾਸ ਲਾਂਚਡ ਇਨ 2016 ਦੇ ਵਿੱਚ ਟੂ ਪ੍ਰਮੋਟ ਐਂਟਰਪ੍ਰੇਨਿਓਰਸ਼ਿਪ ਐਟ ਗ੍ਰਾਸ ਰੂਟ ਲੈਵਲਸ, ਠੀਕ ਹੈ ਜੀ। ਇਸ ਸਕੀਮ ਨੂੰ ਇੰਟਰੋਡਿਊਸ ਕੀਤਾ ਸੀ ਐਂਟਰਪ੍ਰੇਨਿਓਰਸ਼ਿਪ ਪ੍ਰਮੋਟ ਕਰਨ ਦੇ ਵਾਸਤੇ ਐਟ ਗ੍ਰਾਸ ਰੂਟ ਲੈਵਲਸ, ਮਤਲਬ ਨਵੇਂ ਉਦਯੋਗਪਤੀ ਨੇ ਜਿਹੜੇ, ਨਵੇਂ ਉਦਯੋਗੀ ਨੇ ਜਿਹੜੇ, ਉਹਨਾਂ ਦਾ ਵਿਕਾਸ ਕਰਨ ਦੇ ਲਈ, ਉਹਨਾਂ ਨੂੰ ਗਠਿਤ ਕਰਨ ਦੇ ਲਈ ਗ੍ਰਾਸ ਰੂਟ ਲੈਵਲਸ ਦੇ ਉੱਪਰ ਸਟੈਂਡ ਅਪ ਇੰਡੀਆ ਸਕੀਮ ਚਲਾਈ ਗਈ ਸੀ। ਇਹਦੇ ਅੰਡਰ ਮੇਨ 3 ਕੈਟੇਗਰੀਜ਼ ਨੇ ਜਿਨ੍ਹਾਂ ਨੂੰ ਫੰਡਸ ਪ੍ਰੋਵਾਈਡ ਕੀਤੇ ਜਾਂਦੇ ਨੇ। SC ਐਂਟਰਪ੍ਰੇਨਿਓਰਸ ਜਾਂ ਜਿਹੜੇ ਸਕੈਡਿਊਲਡ ਕਾਸਟ ਕੈਟੇਗਰੀ ਨੂੰ ਬਿਲੋਂਗ ਕਰਦੇ ਨੇ, ਦੈਨ ਸਕੈਡਿਊਲਡ ਟ੍ਰਾਈਬ ਐਂਟਰਪ੍ਰੇਨਿਓਰਸ ਐਂਡ ਵਿਮਨ ਐਂਟਰਪ੍ਰੇਨਿਓਰਸ। ਵੈਰੀ ਇੰਪੋਰਟੈਂਟ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਪੀਪਲ ਸੱਚ ਐਜ਼ SCs, STs ਐਂਡ ਵਿਮਨ ਐਂਟਰਪ੍ਰੇਨਿਓਰਸ, ਠੀਕ ਹੈ ਜੀ। ਤੇ ਰੀਸੈਂਟਲੀ ਇਸ ਸਕੀਮ ਨੂੰ ਟਿਲ 2025 ਐਕਸਟੈਂਡ ਕਰ ਦਿੱਤਾ ਗਿਆ, ਠੀਕ ਹੈ ਜੀ। The scheme has been extended up to 2025. Aim is to provide credit to underserved sector, ਜਿਹੜੇ ਸੈਕਟਰਸ ਹਲੇ ਤੱਕ ਅੰਡਰਸਰਵਡ ਨੇ, ਜਿਨ੍ਹਾਂ ਦੇ ਵਿੱਚ SC, ST ਤੇ ਵਿਮਨ ਐਂਟਰਪ੍ਰੇਨਿਓਰਸ ਆਉਂਦੇ ਨੇ, ਉਹਨਾਂ ਨੂੰ ਫੰਡਸ ਪ੍ਰੋਵਾਈਡ ਕਰਨ ਦੇ ਲਈ ਇਹ ਸਕੀਮ ਹੈ ਜਿਹੜੀ ਸਟੈਂਡ ਅਪ ਇੰਡੀਆ ਲਿਆਂਦੀ ਗਈ ਸੀ 2015 ਦੇ ਵਿੱਚ। ਇਹਦੇ 'ਚ ਜਿਹੜਾ ਲੋਨ ਅਮਾਊਂਟ ਆ ਉਹ ਹੈਗਾ 10 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਪਰ ਸਕੈਡਿਊਲਡ ਬੈਂਕ। ਜਿਹੜੀਆਂ ਸਾਡੀਆਂ ਸਕੈਡਿਊਲਡ ਬੈਂਕਸ ਨੇ ਉਹਨਾਂ ਲਈ ਜ਼ਰੂਰੀ ਆ ਕਿ ਉਹ ਐਟਲੀਸਟ ਇੱਕ SC ਜਾਂ ST ਐਂਟਰਪ੍ਰੇਨਿਓਰ ਨੂੰ ਐਂਡ ਐਟਲੀਸਟ 1 ਵਿਮਨ ਐਂਟਰਪ੍ਰੇਨਿਓਰ ਨੂੰ 10 ਲੱਖ ਤੋਂ ਲੈ ਕੇ 1 ਕਰੋੜ ਰੁਪਏ ਦਾ ਲੋਨ ਪ੍ਰੋਵਾਈਡ ਕਰਨੇ ਉਹਨਾਂ ਲਈ ਲਾਜ਼ਮੀ ਆ ਫॉर ਸਕੈਡਿਊਲਡ ਕਮਰਸ਼ੀਅਲ ਬੈਂਕਸ, ਠੀਕ ਹੈ। ਵੈਰੀ ਇੰਪੋਰਟੈਂਟ। ਦੈਨ ਐਲੀਜੀਬਲ ਐਂਟਰਪ੍ਰੇਨਿਓਰਸ, ਜਿਹੜੇ ਐਂਟਰਪ੍ਰੇਨਿਓਰਸ ਜਾਂ ਕਿਹੜੇ ਲੋਕ ਸਟੈਂਡ ਅਪ ਇੰਡੀਆ ਸਕੀਮ ਦੇ ਅੰਡਰ ਐਲੀਜੀਬਲ ਨੇ। ਇੱਕ ਤਾਂ ਤੁਹਾਨੂੰ ਦੱਸਿਆ ਜਿਵੇਂ ਬਿਲੋਂਗ ਕਰਨ ਉਹ SC, ST ਕਮਿਊਨਿਟੀ ਨੂੰ, ਜਾਂ ਫਿਰ ਉਹ ਵਿਮਨ ਐਂਟਰਪ੍ਰੇਨਿਓਰਸ ਹੋਣ, ਪਲੱਸ ਉਹਨਾਂ ਦੀ ਜਿਹੜੀ ਏਜ ਆ ਉਹ ਮਿਨੀਮਮ 18 ਈਅਰਸ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਸਕੀਮ ਰੀਸੈਂਟਲੀ ਨਿਊਜ਼ ਦੇ ਵਿੱਚ ਆ ਬਿਕੋਜ਼ ਇਹਨੂੰ 2025 ਤੱਕ ਐਕਸਟੈਂਡ ਕਰ ਦਿੱਤਾ ਜਾ ਚੁੱਕਿਆ।
although the scheme was launched in 2016 ਬਟ ਸਾਨੂੰ ਇਹਦੀਆਂ ਡਿਟੇਲਸ ਪਤਾ ਹੋਣੀਆਂ ਚਾਹੀਦੀਆਂ ਨੇ ਵੀ ਇਹਦੇ ਅੰਡਰ ਕੀ ਪ੍ਰੋਵੀਜ਼ਨਸ ਨੇ, ਕਿੰਨਾਂ ਨੂੰ ਲੋਨ ਪ੍ਰੋਵਾਈਡ ਕੀਤਾ ਜਾ ਰਿਹਾ, ਕਿੰਨੀ ਅਮਾਊਂਟ ਲੋਨ ਦੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਾਂ ਕੌਣ ਪ੍ਰੋਵਾਈਡ ਕਰ ਰਿਹਾ। ਠੀਕ ਹੈ, ਲੋਨ ਅੰਡਰ ਦਾ ਸਕੀਮ ਆਰ ਅਵੇਲੇਬਲ ਫॉर ਗ੍ਰੀਨ ਫੀਲਡ ਪ੍ਰੋਜੈਕਟਸ ਓਨਲੀ, ਵੈਰੀ ਇੰਪੋਰਟੈਂਟ। ਜਿਹੜੇ ਲੋਨ ਇਹਦੇ ਅੰਡਰ ਦਿੱਤੇ ਜਾਣਗੇ ਉਹ ਸਿਰਫ ਗ੍ਰੀਨ ਫੀਲਡ ਪ੍ਰੋਜੈਕਟਸ ਵਾਸਤੇ ਹੋਣਗੇ। ਗ੍ਰੀਨ ਫੀਲਡ ਪ੍ਰੋਜੈਕਟਸ ਕੀ ਹੁੰਦੇ ਨੇ? ਜਦੋਂ ਆਪਾਂ ਇੰਡਸਟਰੀਅਲ ਜਾਂ ਕਿਸੇ ਪ੍ਰੋਜੈਕਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਚ ਮੇਨ ਦੋ ਪ੍ਰੋਜੈਕਟਸ ਹੁੰਦੇ ਨੇ, one are greenfield, another one are brownfield। ਠੀਕ ਹੈ ਜੀ, brownfield projects ਜਿਹੜੇ ਤਾਂ ਹੁੰਦੇ ਆ greenfield projects। ਇਹਨਾਂ ਦਾ ਮਤਲਬ ਹੁੰਦਾ ਜਿਹੜੇ ਪ੍ਰੋਜੈਕਟ ਅਸੀਂ ਨਵੇਂ ਸਟਾਰਟ ਕਰ ਰਹੇ ਹਾਂ, ਮਤਲਬ ਕਿ ਮੈਂ ਲੋਨ ਲੈ ਰਿਹਾ ਗਵਰਨਮੈਂਟ ਤੋਂ ਜਾਂ ਬੈਂਕ ਤੋਂ ਕਿਸੇ ਪ੍ਰੋਜੈਕਟ ਨੂੰ ਸੈਟਅਪ ਕਰਨ ਦੇ ਲਈ, ਪ੍ਰੋਜੈਕਟ ਨੂੰ ਸਟਾਰਟ ਕਰਨ ਦੇ ਲਈ। ਮਤਲਬ ਮੇਰਾ ਕੋਈ ਐਗਜ਼ਿਸਟਿੰਗ ਪ੍ਰੋਜੈਕਟ ਨਹੀਂ ਹੈ, ਮੈਂ ਕੋਈ ਨਵਾਂ ਪ੍ਰੋਜੈਕਟ ਲਾਉਣ ਦੇ ਲਈ ਫੰਡ ਲੈ ਰਿਹਾ, ਲੋਨ ਲੈ ਰਿਹਾ। ਉਹ ਜਿਹੜਾ ਮੇਰਾ ਨਵਾਂ ਪ੍ਰੋਜੈਕਟ ਹੋਊਗਾ ਉਹਨੂੰ ਕਹਿੰਦੇ ਆ ਗ੍ਰੀਨ ਫੀਲਡ ਪ੍ਰੋਜੈਕਟ। ਠੀਕ ਹੈ ਜੀ, ਜਿਹਨੂੰ ਅਸੀਂ ਕੋਈ ਨਵਾਂ ਇੰਸਟਾਲੇਸ਼ਨ ਕਰ ਰਹੇ ਹਾਂ, ਪ੍ਰੋਜੈਕਟ ਨੂੰ ਨਵੇਂ ਨੂੰ ਸਟਾਰਟ ਕਰ ਰਹੇ ਹਾਂ। ਬਰਾਊਨ ਫੀਲਡ ਪ੍ਰੋਜੈਕਟਸ ਹੁੰਦੇ ਨੇ ਜਿਹੜੇ ਐਗਜ਼ਿਸਟਿੰਗ ਪ੍ਰੋਜੈਕਟਸ ਹੁੰਦੇ ਨੇ, ਮਤਲਬ ਕਿ ਮੇਰਾ ਪਹਿਲਾਂ ਕੋਈ ਪ੍ਰੋਜੈਕਟ ਚੱਲ ਰਿਹਾ, ਮੈਂ ਉਹਨੂੰ ਐਕਸਪੈਂਡ ਕਰਨ ਦੇ ਲਈ ਕੋਈ ਲੋਨ ਲੈ ਰਿਹਾ, ਤਾਂ ਜਿਹੜਾ ਪਹਿਲਾਂ ਦਾ ਆਲਰੇਡੀ ਚੱਲ ਰਿਹਾ, ਆਲਰੇਡੀ ਕੰਮ ਕਰ ਰਿਹਾ ਪ੍ਰੋਜੈਕਟ ਆ, ਉਹਨੂੰ ਕਹਿੰਦੇ ਆ ਬਰਾਊਨ ਫੀਲਡ ਪ੍ਰੋਜੈਕਟ। ਗ੍ਰੀਨ ਫੀਲਡ ਪ੍ਰੋਜੈਕਟ ਹੁੰਦਾ ਜਿਹੜਾ ਨਵਾਂ ਲਾਇਆ ਪ੍ਰੋਜੈਕਟ ਆ, ਜਿਹਨੇ ਕੰਮ ਕਰਨਾ ਸਟਾਰਟ ਕਰਨਾ। ਠੀਕ ਹੈ, ਇਹ ਡਿਫਰੈਂਸ ਇਹਨਾਂ ਦੇ ਵਿੱਚ। ਤੇ ਫਿਰ ਆਪਾਂ ਜਦੋਂ ਸਟੈਂਡ ਅਪ ਇੰਡੀਆ ਸਕੀਮ ਦੀ ਗੱਲ ਕੀਤੀ ਹੈ ਤਾਂ ਇਹ ਸਕੀਮ ਕਿਹੜੀ ਮਿਨਿਸਟਰੀ ਨੇ ਜਾਂ ਕਿਹੜੇ ਡਿਪਾਰਟਮੈਂਟ ਨੇ ਲਾਂਚ ਕੀਤੀ ਹੈ, ਜਿਹਨੂੰ ਇੰਪਲੀਮੈਂਟ ਕੌਣ ਕਰਦਾ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ, ਵੈਰੀ ਇੰਪੋਰਟੈਂਟ। The scheme is part of an initiative by Department of Financial Services। ਠੀਕ ਹੈ, ਜਿਹੜਾ Ministry of Finance ਦੇ ਅੰਡਰ ਆ, Department of Financial Services, ਉਸ ਡਿਪਾਰਟਮੈਂਟ ਦੀ ਸਕੀਮ ਆ ਜੀ ਸਟੈਂਡ ਅਪ ਇੰਡੀਆ। ਤੇ ਇਸ ਸਕੀਮ ਨੂੰ ਲੀਡ ਕੌਣ ਕਰ ਰਿਹਾ? ਇਟ ਇਜ਼ ਬੀਇੰਗ ਲੈਡ ਬਾय ਸਿਡਬੀ, ਸਮਾਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ। ਠੀਕ ਹੈ ਜੀ, ਸਿਡਬੀ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ, ਉਹ ਇਸ ਸਕੀਮ ਨੂੰ ਲੈਡ ਕਰ ਰਹੀ ਹੈ, ਵੈਰੀ ਇੰਪੋਰਟੈਂਟ। SIDBI, then under it is stand up scheme ਦੇ under SIDBI and NABARD, National Bank for Agriculture and Rural Development, ਜਿਹਨੂੰ ਅਸੀਂ NABARD ਕਹਿੰਦੇ ਹਾਂ, ਜਿਹੜੀ ਸਾਡੇ ਦਿਹਾਤੀ ਇਲਾਕਿਆਂ ਤੇ ਖੇਤੀਬਾੜੀ ਦੇ ਵਿਕਾਸ ਲਈ ਬੈਂਕ ਇੱਕ ਸੰਸਥਾ ਬਣਾਈ ਗਈ ਆ, ਉਹਦਾ ਨਾਮ ਹੈਗਾ NABARD, ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਐਂਡ SIDBI। ਇਹਨਾਂ ਦੋਨੋਂ ਬੈਂਕਸ ਨੂੰ ਅੰਡਰ ਸਟੈਂਡ ਅਪ ਇੰਡੀਆ ਇਹਨਾਂ ਨੂੰ ਡੈਜ਼ਿਗਨੇਸ਼ਨ ਦਿੱਤੇ ਗਏ ਜੀ ਸਟੈਂਡ ਅਪ ਕਨੈਕਟ ਸੈਂਟਰਸ, ਵੈਰੀ ਇੰਪੋਰਟੈਂਟ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ, that which two institutions have been given the designation of stand up connect centers। ਇੱਕ ਹੈਗੀ SIDBI, ਦੂਸਰੀ ਹੈ NABARD, ਵੈਰੀ ਇੰਪੋਰਟੈਂਟ। ਨੈਕਸਟ ਕਲਾਸ ਦੇ ਵਿੱਚ ਆਪਾਂ SIDBI ਤੇ NABARD ਬਾਰੇ ਵੀ ਡਿਟੇਲ ਚ ਡਿਸਕਸ ਕਰਾਂਗੇ। ਠੀਕ ਹੈ, then about credit guarantee fund trust for small and micro enterprises, micro and small enterprises ਵਾਸਤੇ ਜਿਹੜਾ ਆਪਾਂ ਕ੍ਰੈਡਿਟ ਗਰੰਟੀ ਫੰਡ ਦੀ ਗੱਲ ਕੀਤੀ ਸੀ, ਜਿਹਦੇ ਤਹਿਤ ਉਹਨਾਂ ਹਾਊਸਿਸ ਨੂੰ, ਉਹਨਾਂ SC ST ਐਂਟਰਪ੍ਰੈਨਿਓਰਸ ਨੂੰ ਕ੍ਰੈਡਿਟ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਣੀ ਹੈ ਜਿਹੜੇ ਆਪਣਾ ਕੋਲੇਟਰਲ ਰੱਖਣ ਦੇ ਕੈਪੇਬਲ ਨਹੀਂ ਹੈ, ਹੈ ਨਾ। ਸੋ ਸਾਨੂੰ ਉਸ ਕ੍ਰੈਡਿਟ ਗਰੰਟੀ ਟਰਸਟ ਫੰਡ ਬਾਰੇ ਵੀ ਪਤਾ ਹੋਣਾ ਚਾਹੀਦਾ। ਦਿਸ ਕ੍ਰੈਡਿਟ ਗਰੰਟੀ ਟਰਸਟ ਔਰ ਫੰਡ ਟਰਸਟ ਵਾਜ਼ ਲਾਂਚਡ ਬਾਈ ਸੈਂਟਰਲ ਗਵਰਨਮੈਂਟ ਇਨ 2000 ਟੂ ਮੇਕ ਅਵੇਲੇਬਲ ਕੋਲੇਟਰਲ ਫ੍ਰੀ ਕ੍ਰੈਡਿਟ ਟੂ ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜ਼ ਸੈਕਟਰ। ਠੀਕ ਹੈ ਜੀ, ਜਿਹੜੇ ਮਾਈਕਰੋ ਐਂਡ ਸਮਾਲ, ਜਿਹੜੇ ਸਾਡੇ ਲਘੂ ਵਪਾਰ ਨੇ ਜਾਂ ਲਘੂ ਐਂਟਰਪ੍ਰਾਈਜ਼ ਸੈਕਟਰ ਨੇ, ਜਿਹੜੇ ਛੋਟੇ ਸੈਕਟਰ ਨੇ, ਉਹਨਾਂ ਨੂੰ ਕੋਲੇਟਰਲ ਫ੍ਰੀ ਕ੍ਰੈਡਿਟ ਦੇਣਾ, ਮਤਲਬ ਬਿਨਾਂ ਸਿਕਿਉਰਿਟੀ ਤੋਂ, ਬਿਨਾਂ ਕਿਸੇ ਜਮ੍ਹਾਂ, ਜਿਵੇਂ ਕਹਿ ਲਓ ਜਦੋਂ ਕੋਈ ਆਪਾਂ ਲੋਨ ਲੈਣਾ ਹੁੰਦਾ ਤਾਂ ਕੁਛ ਨਾ ਕੁਛ ਸਾਨੂੰ, ਜੇ ਆਪਾਂ ਗੱਲ ਕਰਦੇ ਹਾਂ ਖੇਤੀ ਦੀ ਗੱਲ ਕਰ ਲਈਏ, ਹੈ ਨਾ, ਐਗਰੀਕਲਚਰਲ ਲੋਨਸ ਦੀ ਗੱਲ ਕਰਦੇ ਹਾਂ, ਜਾਂ ਫਾਰਮਰਸ ਜਿਹੜੇ ਲੋਨ ਲੈਂਦੇ ਨੇ ਉਹਨਾਂ ਦੀ ਗੱਲ ਕਰ ਲਈ, ਤਾਂ ਬੈਂਕ ਉਹਨਾਂ ਦੇ ਜ਼ਮੀਨ ਦੇ ਨੰਬਰ ਜਾਂ ਉਹਦੀ ਜ਼ਮੀਨ ਦੇਖਦੀ ਹੈ ਕਿੰਨੀ ਆ, ਜਾਂ ਕੁਛ ਨਾ ਕੁਛ ਉਹਦਾ ਕੋਲ ਕਿੰਨੀ ਪ੍ਰੋਪਰਟੀ ਆ, ਜਾਂ ਕੋਈ ਕਿਹੜੀ ਚੀਜ਼ ਨੂੰ ਓਨ ਕਰ ਰਿਹਾ, ਕੋਈ ਮੂਵੇਬਲ ਐਸਟ ਆ, ਇਮੂਵੇਬਲ ਐਸਟ ਆ, ਉਹਨਾਂ ਦੇ ਬੇਸਿਸ ਤੇ ਹੀ ਲੋਨ ਦਿੱਤਾ ਜਾਂਦਾ। ਸੋ ਜਿਨ੍ਹਾਂ ਐਂਟਰਪ੍ਰਾਈਜ਼ਸ, ਜਦੋਂ ਆਪਾਂ ਮਾਈਕਰੋ ਸਮਾਲ ਐਂਟਰਪ੍ਰਾਈਜ਼ਸ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਕੋਲੇਟਰਲ ਫ੍ਰੀ ਕ੍ਰੈਡਿਟ ਪ੍ਰੋਵਾਈਡ ਕਰਨ ਦੇ ਲਈ ਗਵਰਨਮੈਂਟ ਦੀ ਇੱਕ ਸਕੀਮ ਆ, ਜਿਹਨੂੰ ਕਹਿੰਦੇ ਅਸੀਂ ਕ੍ਰੈਡਿਟ ਗਰੰਟੀ ਫੰਡ ਟਰਸਟ ਫॉर ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜ਼ਸ, ਜਿਹਦੇ 'ਚ ਉਹਨਾਂ ਦੇ ਕ੍ਰੈਡਿਟ ਦੀ ਗਰੰਟੀ ਗਵਰਨਮੈਂਟ ਚੱਕਦੀ ਆ।
both existing and new enterprises are eligible to be covered under the scheme। ਜਿਹੜਾ ਹੈ ਸਾਡਾ ਟਰਸਟ ਫੰਡ ਸਕੀਮ ਆ, ਇਹਦੇ ਅੰਡਰ ਐਗਜ਼ਿਸਟਿੰਗ ਤੇ ਨਵੇਂ ਦੋਨੋਂ ਐਂਟਰਪ੍ਰਾਈਜ਼ਸ ਨੇ ਜਿਹੜੇ ਲੋਨਸ ਲੈ ਸਕਦੇ ਨੇ ਬੈਂਕਾਂ ਤੋਂ। ਦੈਨ ਜਿਹੜਾ ਸਾਡਾ ਟਰਸਟ ਫੰਡ ਹੈ, ਇਟ ਵਾਜ਼ ਐਸਟੈਬਲਿਸ਼ਡ ਬਾਈ ਮਿਨਿਸਟਰੀ ਆਫ MSME ਐਂਡ ਸਿਡਬੀ, ਵੈਰੀ ਇੰਪੋਰਟੈਂਟ। ਇਸ ਫੰਡ ਨੂੰ ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ, ਜਿਹਨੂੰ ਅਸੀਂ MSME ਕਹਿ ਦਿੰਦੇ ਆ, ਉਹਨਾਂ ਨੇ ਸਿਡਬੀ ਦੇ ਨਾਲ ਰਲ ਕੇ ਇਸ ਟਰਸਟ ਫੰਡ ਨੂੰ ਕ੍ਰੀਏਟ ਕੀਤਾ, ਵੈਰੀ ਇੰਪੋਰਟੈਂਟ। ਠੀਕ ਹੈ ਜੀ, ਇਟ ਵਾਜ਼ ਆਲ ਅਬਾਊਟ ਸਾਥ ਸਕੀਮ ਐਂਡ ਜਿਹੜੇ ਰਿਲੇਟਡ ਉਹਦੇ ਨਾਲ ਟੌਪਿਕ ਸੀ। ਦ ਨੈਕਸਟ ਇੰਪੋਰਟੈਂਟ ਟੌਪਿਕ ਇਜ਼ ਕਰੰਟ ਅਕਾਊਂਟ ਡੈਫਿਸਿਟ, ਵੈਰੀ ਇੰਪੋਰਟੈਂਟ। ਇਹ ਵੈਸੇ ਇਕੋਨਮੀ ਦਾ ਟੌਪਿਕ ਹੈ, ਇਕੋਨਮੀ ਦੀਆਂ ਕਲਾਸਿਸ ਦੇ ਵਿੱਚ ਇਹਦੇ ਬਾਰੇ ਡਿਟੇਲ 'ਚ ਡਿਸਕਸ ਕੀਤਾ ਜਾਊ, ਬਟ ਰੀਸੈਂਟਲੀ ਇਟ ਵਾਜ਼ ਇਨ ਨਿਊਜ਼, ਸੋ ਵੀ ਮਸਟ ਨੋ ਅਬਾਊਟ ਇਟ, ਵੀ ਮਸਟ ਬਰੀਫਲੀ ਨੋ ਅਬਾਊਟ ਇਟ। ਠੀਕ ਹੈ ਜੀ, ਜਦ ਸਾਨੂੰ ਪਤਾ ਹੋਣਾ ਚਾਹੀਦਾ ਇਨ ਬਰੀਫ ਕਿ ਕੀ ਚੀਜ਼ ਹੈ ਇਹ। Why in news? In the second quarter of the current financial year, India's current account deficit widened to 9-year high of 4.4% of GDP, ਜਿਹੜਾ approximately $36 billion। ਠੀਕ ਹੈ ਜੀ, ਜਦੋਂ ਅਸੀਂ 4.4% ਆਫ GDP ਦੀ ਗੱਲ ਕਰਦੇ ਹਾਂ ਤਾਂ ਉਹ ਅਪਰੋਕਸੀਮੇਟਲੀ $36 ਬਿਲੀਅਨ ਦੀ ਅਮਾਊਂਟ ਹੋ ਜਾਂਦੀ ਹੈ। ਜੋ ਸਾਡਾ ਕਰੰਟ ਫਾਈਨੈਂਸ਼ੀਅਲ ਈਅਰ ਚੱਲ ਰਿਹਾ 2022-2023, ਉਹਦਾ ਜਿਹੜਾ ਸੈਕੰਡ ਕੁਆਰਟਰ ਆ, ਉਹਦੇ ਵਿੱਚ ਜੋ ਸੈਪਟੈਂਬਰ, ਜੋ ਸਾਡਾ ਸੈਕੰਡ ਕੁਆਰਟਰ ਜੋ ਹੈ, ਉਹਦੇ ਵਿੱਚ ਇੰਡੀਆ ਦਾ ਜੋ ਕਰੰਟ ਅਕਾਊਂਟ ਡੈਫਿਸਿਟ ਆ, ਉਹ ਪਿਛਲੇ 9 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਰਿਕਾਰਡ ਕੀਤਾ ਗਿਆ। ਕਿੰਨਾ? 4.4% ਆਫ GDP। In the previous quarter it was 2.2%, $18.2 ਬਿਲੀਅਨ ਸੀ ਜਿਹੜਾ ਪਿਛਲੇ ਕੁਆਟਰ ਦੇ ਵਿੱਚ, ਤੇ ਹੁਣ ਵੱਧ ਕੇ ਉਦੋਂ ਡਬਲ ਹੋ ਗਿਆ। ਇਹਦੇ ਪਿੱਛੇ ਮੇਨ ਰੀਜ਼ਨ ਕੀ ਆ, ਸਾਨੂੰ ਪਤਾ ਹੋਣਾ ਚਾਹੀਦਾ ਕਰੰਟ ਅਕਾਊਂਟ ਡੈਫਿਸਿਟ ਕੀ ਹੁੰਦਾ, ਉਹ ਵੀ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਬਟ ਪਹਿਲਾਂ ਆਪਾਂ ਨਿਊਜ਼ ਦੀ ਗੱਲ ਕਰ ਲਈਏ ਵੀ ਮੇਨ ਰੀਜ਼ਨ ਕੀ ਹੈ ਇਹਦੇ ਪਿੱਛੇ, ਇੰਨਾ ਸਾਡਾ ਡੈਫਿਸਿਟ ਕਿਉਂ ਹੋਇਆ। ਡੈਫਿਸਿਟ ਦਾ ਮਤਲਬ ਹੁੰਦਾ ਘਾਟਾ, ਇੰਨਾ ਘਾਟਾ ਕਿਉਂ ਹੋਇਆ ਨਾ, ਉਸ ਅਕਾਊਂਟ ਦੇ ਵਿੱਚ ਕਿਉਂ ਘਾਟਾ ਹੋਇਆ। ਦ ਮੇਨ ਰੀਜ਼ਨ ਫॉर ਇਟ ਇਨਕਲੂਡਸ ਦ ਵਾਈਡਨਿੰਗ ਆਫ ਮਰਚੈਂਡਾਈਜ਼ ਟ੍ਰੇਡ ਡੈਫਿਸਿਟ। ਜਿਹੜੀਆਂ ਸਾਡੀ ਗੁੱਡਸ ਦੀ ਟ੍ਰੇਡ ਕਰਦੇ ਆ ਨਾ, ਅਸੀਂ ਐਕਸਪੋਰਟ ਇੰਪੋਰਟ ਕਰਦੇ ਆ, ਉਹਨਾਂ ਦਾ ਜਿਹੜਾ ਡੈਫਿਸਿਟ ਆ ਉਹ ਵਾਈਡ ਹੋਇਆ। ਮਤਲਬ ਜਿੰਨੀਆਂ ਗੁੱਡਸ ਅਸੀਂ ਐਕਸਪੋਰਟ ਕਰ ਰਹੇ ਹਾਂ, ਉਹਦੇ ਤੋਂ ਜ਼ਿਆਦਾ ਅਮਾਊਂਟ ਦੀਆਂ ਗੁੱਡਸ ਅਸੀਂ ਇੰਪੋਰਟ ਕਰ ਰਹੇ ਹਾਂ। ਠੀਕ ਹੈ, ਉਹ ਹੋ ਗਿਆ ਡੈਫਿਸਿਟ। ਮਤਲਬ ਜੇ ਆਪਾਂ ਡੈਫਿਸਿਟ ਦੀ ਗੱਲ ਕਰੀਏ, ਮੰਨ ਲਓ ਆਪਾਂ ਐਕਸਪੋਰਟ ਦੀ ਗੱਲ ਕਰਦੇ ਹਾਂ ਜਾਂ ਆਪਾਂ ਟ੍ਰੇਡ ਦੀ ਗੱਲ ਕਰਦੇ ਹਾਂ ਨਾ, ਸਾਡੇ ਦੀ ਗੁੱਡਸ, ਟ੍ਰੇਡ ਇਨ ਗੁੱਡਸ ਦੀ ਗੱਲ ਕਰ ਲਈਏ ਆਪਾਂ, ਮੰਨ ਲਓ ਅਸੀਂ ਇੰਡੀਆ ਤੇ ਚਾਈਨਾ ਦੀ ਗੱਲ ਕਰ ਲਈਏ, ਜਾਂ ਇੰਡੀਆ ਜਾਂ ਪੂਰੇ ਆਪਾਂ ਵਰਲਡ ਦੀ ਗੱਲ ਕਰ ਲਈਏ, ਜਾਂ ਕਿਸੇ ਪਰਟੀਕੂਲਰ ਕੰਟਰੀ ਦੀ ਗੱਲ ਕਰ ਲਈਏ, ਚਲੋ ਓਵਰਆਲ ਕਰ ਲੈਂਦੇ ਆਪਾਂ। ਜਿਹੜੀਆਂ ਓਵਰਆਲ ਸਾਡੀਆਂ ਹੋਰ ਡੈਸਟੀਨੇਸ਼ਨਸ ਨੇ, ਜਿਨ੍ਹਾਂ ਨਾਲ ਸਾਡੀਆਂ ਇਕੋਨਮੀਜ਼ ਨੇ, ਜਿਨ੍ਹਾਂ ਨਾਲ ਅਸੀਂ ਟ੍ਰੇਡ ਕਰਦੇ ਹਾਂ, ਉਹਨਾਂ ਤੋਂ ਇੰਡੀਆ ਨੇ ਇੰਪੋਰਟ ਕੀਤੀਆਂ ਨੇ, ਜੋ ਸਾਡੀਆਂ ਇੰਪੋਰਟਸ ਹੋਏ ਨੇ ਸਾਡੇ ਗੁੱਡਸ ਦੇ, ਹੈ ਨਾ, ਉਹ ਹੋਏ ਨੇ $100 ਬਿਲੀਅਨ ਦੇ, ਮੰਨ ਲਓ। ਤੇ ਜਿਹੜੇ ਸਾਡੇ ਐਕਸਪੋਰਟਸ ਹੋਏ ਨੇ, ਉਹ ਹੋਏ ਨੇ $75 ਬਿਲੀਅਨ ਦੇ। ਤਾਂ ਜਿਹੜਾ ਇਹਨਾਂ ਦੇ ਵਿੱਚ ਗੈਪ ਆ ਨਾ $25 ਬਿਲੀਅਨ ਦਾ, ਉਹ ਸਾਡਾ ਹੋ ਗਿਆ ਟ੍ਰੇਡ ਡੈਫਿਸਿਟ। ਠੀਕ ਹੈ ਜੀ, ਉਹਨੂੰ ਅਸੀਂ ਕਹਿੰਦੇ ਆ ਟ੍ਰੇਡ ਡੈਫਿਸਿਟ। ਸੋ $25 ਬਿਲੀਅਨ ਵੀ ਆਰ ਫੇਸਿੰਗ ਅ ਟ੍ਰੇਡ ਡੈਫਿਸਿਟ। ਜਦੋਂ ਅਸੀਂ ਗੁੱਡਸ ਦੀ ਗੱਲ ਕਰਦੇ ਹਾਂ ਤਾਂ ਟ੍ਰੇਡ ਡੈਫਿਸਿਟ ਆਫ $25 ਬਿਲੀਅਨ ਦਾ ਡੈਫਿਸਿਟ ਫੇਸ ਕਰ ਰਹੇ ਹਾਂ ਗੁੱਡਸ ਦੇ ਕੰਟੈਕਸਟ ਦੇ ਵਿੱਚ। ਬਟ ਜੇ ਮੰਨ ਲਓ ਵੀ ਇਹ ਸਾਡਾ ਅਸੀਂ ਇੰਪੋਰਟ ਕੀਤੀਆਂ $100 ਬਿਲੀਅਨ, ਤੇ ਜਿਹੜੀਆਂ ਇਹ ਇੰਪੋਰਟ ਕੀਤੀਆਂ ਤੇ ਜਿਹੜੀਆਂ ਅਸੀਂ ਐਕਸਪੋਰਟ ਕੀਤੀਆਂ ਉਹ ਅਸੀਂ ਕਰ ਲਈਆਂ ਅਰਾਊਂਡ $120 ਬਿਲੀਅਨ ਦੀਆਂ, ਤਾਂ ਇੱਥੇ ਸਾਡੇ ਕੋਲੇ $20 ਬਿਲੀਅਨ ਦਾ ਸਾਡਾ ਟ੍ਰੇਡ ਸਰਪਲਸ ਹੋਣਾ ਸੀ। ਠੀਕ ਹੈ, ਉਹਨੂੰ ਅਸੀਂ ਕਹਿੰਦੇ ਸੀ ਟ੍ਰੇਡ ਡੈਫਿਸਿਟ, ਇਹਨੂੰ ਕਹਾਂਗੇ ਅਸੀਂ ਟ੍ਰੇਡ ਸਰਪਲਸ। ਇਹ ਦੋ ਟਰਮਸ ਨੇ, ਡੈਫਿਸਿਟ ਐਂਡ ਸਰਪਲਸ। ਡੈਫਿਸਿਟ ਮਤਲਬ ਘਾਟਾ, ਸਰਪਲਸ ਮਤਲਬ ਵਾਧਾ। ਤੇ ਹੁਣ ਅਸੀਂ ਸਾਡੇ ਟੌਪਿਕ ਤੇ ਆ ਜਾਂਦੇ ਹਾਂ। ਦ ਮੇਨ ਰੀਜ਼ਨ ਹੋ ਗਿਆ ਮਰਚੈਂਡਾਈਜ਼ ਟ੍ਰੇਡ ਡੈਫਿਸਿਟ। ਜਿਹੜਾ
83 ਬਿਲੀਅਨ ਡਾਲਰ ਦਾ ਹੈ। ਪਿਛਲੇ ਕੁਆਟਰ ਦੇ ਵਿੱਚ ਜਿਹੜਾ ਅਪ੍ਰੈਲ ਟੂ ਜੂਨ ਕੁਆਟਰ ਸੀ ਸਾਡਾ, ਫਸਟ ਅਪ੍ਰੈਲ ਟੂ ਜੂਨ ਵਾਲਾ ਕੁਆਟਰ ਸੀ, ਉਹਦੇ 'ਚ ਇਹ ਸੀਗਾ 63 ਬਿਲੀਅਨ ਡਾਲਰ ਦਾ। ਜਿਹੜਾ ਹੁਣ ਸਾਡਾ ਜੁਲਾਈ ਸੈਪਟੰਬਰ ਜੋ ਸੈਕੰਡ ਕੁਆਟਰ ਆ ਉਹਦੇ 'ਚ ਵੱਧ ਕੇ 83 ਬਿਲੀਅਨ 83.5 ਬਿਲੀਅਨ 83.5 ਬਿਲੀਅਨ ਡਾਲਰ ਦਾ ਹੋ ਗਿਆ, ਜਿਹੜਾ ਇੱਕ ਮੇਨ ਰੀਜ਼ਨ ਆ ਸਾਡੇ ਕਰੰਟ ਅਕਾਊਂਟ ਡੈਫਿਸਿਟ ਦੇ ਜੋ ਉਹਦੇ 'ਚ ਇਨਕਰੀਮੈਂਟ ਹੋਇਆ ਉਹਦੇ ਪਿੱਛੇ। ਸੈਕੰਡ ਮੇਨ ਰੀਜ਼ਨ ਇਜ਼ ਨੈਟ ਆਊਟਗੋ ਅੰਡਰ ਇਨਵੈਸਟਮੈਂਟ ਇਨਕਮ। ਜਿਹੜੀ ਇਨਵੈਸਟਮੈਂਟ ਇਨਕਮ ਹੁੰਦੀ ਆ ਨਾ ਉਹਦਾ ਨੈਟ ਆਊਟਗੋ ਹੋਇਆ। ਜੇ ਅਸੀਂ ਇਹਦੀ ਗੱਲ ਕਰੀਏ ਸਪੋਜ਼ ਕਰ ਲਓ ਜਿਹੜੀ ਇਨਵੈਸਟਮੈਂਟ ਸੀ ਸਾਡੇ ਇੰਡੀਆ ਦੇ ਵਿੱਚ ਫਰੋਮ ਆਲ ਦਾ ਸੋਰਸਿਸ, ਠੀਕ ਹੈ, ਜਿਹਦੇ 'ਚ FDI ਵੀ ਹੈ, ਇਹਦੇ 'ਚ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਵੀ ਨੇ, ਠੀਕ ਹੈ, ਜਿੰਨੇ ਵੀ ਸੋਰਸਿਸ ਤੋਂ ਜੇ ਅਸੀਂ ਬਾਹਰਲੀ ਗੱਲ ਕਰਦੇ ਹਾਂ ਨਾ ਫੋਰਨ ਦੀ, ਫੋਰਨ ਤੋਂ ਜਿਹੜੀ ਇਨਵੈਸਟਮੈਂਟ ਇੰਡੀਆ ਦੇ ਵਿੱਚ ਆਈ ਉਹ ਚਾਹੇ ਫੋਰਨ ਡਾਇਰੈਕਟ ਇਨਵੈਸਟਮੈਂਟ ਆ, ਚਾਹੇ ਫੋਰਨ ਇੰਸਟੀਟਿਊਸ਼ਨਲ ਇਨਵੈਸਟਮੈਂਟ ਆ, ਚਾਹੇ ਇੰਡੀਵਿਜੂਅਲਸ ਨੇ ਇਨਵੈਸਟ ਕੀਤੀ ਹੈ ਬਾਹਰੋਂ, ਉਹਦੀ ਜਿਹੜੀ ਟੋਟਲ ਉਹਦੀ ਆਪਾਂ ਗੱਲ ਕਰਦੇ ਹਾਂ ਵੀ ਸਪੋਜ਼ ਕਰੋ ਇਨਵੈਸਟਮੈਂਟ ਸਾਡੇ ਕੋਲ ਹੋਈ ਸੀ 100 ਬਿਲੀਅਨ ਡਾਲਰਸ ਦੀ, ਠੀਕ ਹੈ, ਬਟ ਜਿਹੜੇ ਇੱਥੋਂ ਪਹਿਲਾਂ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ ਸੀ ਜਿਹੜੇ ਉਹ ਕੱਢ ਕੇ ਲੈ ਕੇ ਗਏ ਨੇ, ਜਿਵੇਂ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਇੱਥੇ ਇੰਡੀਆ 'ਚ ਇਨਵੈਸਟ ਕੀਤਾ ਸੀ ਉਹ ਇੱਥੋਂ ਅਰਾਊਂਡ 120 ਬਿਲੀਅਨ ਡਾਲਰ ਸਾਡੀ ਇੰਡੀਆ ਦੀ ਇਕਨੋਮੀ 'ਚੋਂ ਕੱਢ ਕੇ ਲੈ ਗਏ ਬਾਹਰ, ਕਿਸੇ ਹੋਰ ਕੰਟਰੀ 'ਚ ਉਹਨਾਂ ਨੇ ਜਾਂ ਕਿਸੇ ਹੋਰ ਪਰਪਸ ਲਈ ਉਹਨਾਂ ਨੂੰ ਚਾਹੀਦਾ ਸੀ, ਇੱਥੋਂ ਉਹਨਾਂ ਨੇ ਉਹ ਪੈਸਾ ਆਪਣਾ ਵਿਦਡਰਾਅ ਕਰ ਲਿਆ। ਤਾਂ ਇਸ ਕੇਸ ਦੇ ਵਿੱਚ ਕੀ ਹੋਇਆ ਜੀ, 20 ਬਿਲੀਅਨ ਡਾਲਰ ਦੀ ਸਾਡੀ ਜਿਹੜੀ ਨੈਟ ਆਊਟਗੋ ਹੋਈ ਆ, ਠੀਕ ਹੈ, ਇਹਨੂੰ ਕਹਾਂਗੇ ਅਸੀਂ ਨੈਟ ਆਊਟਗੋ ਇਨਵੈਸਟਮੈਂਟ ਦੇ ਵਿੱਚ, ਮਤਲਬ 100 ਬਿਲੀਅਨ ਡਾਲਰ ਇਨਵੈਸਟ ਹੋਇਆ ਪਲੱਸ 120 ਬਿਲੀਅਨ ਡਾਲਰ ਇੱਥੋਂ ਵਿਦਡਰਾਅ ਹੋ ਗਏ, ਤਾਂ ਓਵਰਆਲ ਜੋ ਸਾਡਾ ਫਿਗਰ ਆਊਗੀ ਉਹ ਆਊਗੀ 20 ਬਿਲੀਅਨ ਡਾਲਰਸ ਦਾ ਇੰਡੀਆ ਦੇ ਵਿੱਚੋਂ ਨੈਟ ਆਊਟਗੋ ਹੋਇਆ ਆਫ ਇਨਵੈਸਟਮੈਂਟ, ਠੀਕ ਹੈ। ਇਹ ਦੋ ਮੇਨ ਕਾਰਨ ਹੋ ਗਏ ਜਿਨ੍ਹਾਂ ਕਰਕੇ ਸਾਡਾ ਕਰੰਟ ਅਕਾਊਂਟ ਡੈਫਿਸਿਟ 9 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਾਈ ਰਿਪੋਰਟ ਕੀਤਾ ਗਿਆ। ਦੈਨ ਫਿਰ ਆਪਾਂ ਗੱਲ ਕਰੀਏ ਕਰੰਟ ਅਕਾਊਂਟ ਦੀ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਰੰਟ ਅਕਾਊਂਟ ਕੀ ਹੈ, ਕਿਉਂਕਿ ਇਹਦੇ ਬਾਰੇ ਪੜ੍ਹ ਰਹੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ। ਜਦੋਂ ਅਸੀਂ ਸਾਡੀ ਬਾਇਲੇਟਰਲ ਟ੍ਰੇਡ ਜਾਂ ਸਾਡੀ ਆਊਟਸਾਈਡ ਵਰਲਡ ਦੇ ਨਾਲ ਜਿਹੜੀ ਟ੍ਰੇਡ ਆ ਨਾ ਇਕਨੋਮੀ ਦੇ ਵਿੱਚ ਉਹਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਜਦੋਂ ਆਪਾਂ ਟ੍ਰੇਡ ਦੇ ਫਿਗਰਸ ਨੂੰ ਦੇਖਦੇ ਹਾਂ ਜਾਂ ਉਹਨਾਂ ਫਿਗਰਸ ਦਾ ਇੱਕ ਆਪਾਂ ਰਜਿਸਟਰ ਇੱਕ ਅਕਾਊਂਟ ਤਿਆਰ ਕਰਦੇ ਹਾਂ, ਉਹਨੂੰ ਕਹਿੰਦੇ ਹਾਂ ਅਸੀਂ ਬੈਲੈਂਸ ਆਫ ਪੇਮੈਂਟ। ਵੈਰੀ ਇੰਪੋਰਟੈਂਟ, ਬੈਲੈਂਸ ਆਫ ਪੇਮੈਂਟ। ਬੈਲੈਂਸ ਆਫ ਪੇਮੈਂਟ ਅਕਾਊਂਟਸ all economic transactions between a country and the rest of the world during a period of given period, ਉਹ 1 ਸਾਲ ਦਾ ਵੀ ਹੋ ਸਕਦਾ, ਵੱਧ ਵੀ ਹੋ ਸਕਦਾ, ਜਿਹਨੂੰ ਆਪਾਂ ਦੇਖਣਾ ਉਸ ਪੀਰੀਅਡ ਦੇ ਵਿੱਚ ਜਿੰਨੀ ਸਾਡੀ ਇਕਨੋਮਿਕ ਟ੍ਰਾਂਜੈਕਸ਼ਨਸ ਹੋਈਆਂ ਨੇ ਇੱਕ ਕੰਟਰੀ ਦੀਆਂ ਆਊਟਸਾਈਡ ਵਰਲਡ ਦੇ ਨਾਲ, ਉਹਨੂੰ ਅਸੀਂ ਪੂਰੇ ਜੋ ਇੱਕ ਡੇਟਾ ਗਾ ਰਿਕਾਰਡ ਆ ਉਹਨੂੰ ਕਹਿੰਦੇ ਆ ਬੈਲੈਂਸ ਆਫ ਪੇਮੈਂਟ, ਜਿਹਨੂੰ ਅਸੀਂ BOP ਕਹਿ ਦਿੰਦੇ ਆ, ਠੀਕ ਹੈ ਜੀ, ਬੈਲੈਂਸ ਆਫ ਪੇਮੈਂਟ। ਤੇ ਜਿਹੜਾ ਬੈਲੈਂਸ ਆਫ ਪੇਮੈਂਟ ਆ ਇਹਦੇ ਅੱਗੇ ਦੋ ਕੰਪੋਨੈਂਟਸ ਨੇ, ਵਨ ਇਜ਼ current account, another is capital account. Balance of payment overall ਜਿਹੜੀ ਸਾਡੀ ਟ੍ਰੇਡ ਹੋਈ ਹੈ, ਠੀਕ ਹੈ ਜੀ, ਇਹ 'ਚ ਸਾਰਾ ਕੁਝ ਹੀ ਹੁੰਦਾ, ਸਾਡਾ ਕੰਪੋਨੈਂਟ ਸਾਰੇ ਹੁੰਦੇ ਨੇ, ਸਾਡੇ ਕੋਲੇ ਵਿਜ਼ੀਬਲ ਗੁੱਡਸ ਹੁੰਦੀਆਂ ਨੇ, ਇਨਵਿਜ਼ੀਬਲ ਗੁੱਡਸ ਹੁੰਦੀਆਂ ਨੇ, ਇਨਵੈਸਟਮੈਂਟ ਹੁੰਦੀ ਆ, ਟ੍ਰਾਂਸਫਰ ਪੇਮੈਂਟਸ ਹੁੰਦੀਆਂ ਨੇ, ਸਭ ਕੁਝ ਹੁੰਦਾ, ਠੀਕ ਹੈ। ਇਹਦੇ ਅੱਗੇ ਦੋ ਕੰਪੋਨੈਂਟਸ ਨੇ, ਵਨ ਇਜ਼ ਕਾਲਡ ਕਰੰਟ ਅਕਾਊਂਟ, ਅਨਦਰ ਇਜ਼ ਕਾਲਡ ਕੈਪੀਟਲ ਅਕਾਊਂਟ, ਠੀਕ ਹੈ। ਜਿਹੜਾ ਕਰੰਟ ਅਕਾਊਂਟ ਹੁੰਦਾ ਉਹਦੇ 'ਚ ਮੇਨ ਕਿਹੜੀਆਂ ਟ੍ਰਾਂਜੈਕਸ਼ਨਸ ਦੀ ਗੱਲ ਕਰਦੇ ਹਾਂ ਅਸੀਂ, ਕਿਹੜੀਆਂ ਇਕਨੋਮਿਕ ਟ੍ਰਾਂਜੈਕਸ਼ਨ ਜੋ ਸਾਡੀਆਂ ਫੋਰਨ ਕੰਟਰੀਜ਼ ਦੇ ਨਾਲ ਹੋਈਆਂ ਨੇ, ਕਿਹੜੀਆਂ ਟ੍ਰਾਂਜੈਕਸ਼ਨਸ ਦੀ ਗੱਲ ਕਰਦੇ ਹਾਂ। ਇਹਦੇ 'ਚ ਸਾਡੇ ਕੋਲ ਮੇਨ 3 ਤਰ੍ਹਾਂ ਦੀਆਂ ਟ੍ਰਾਂਜੈਕਸ਼ਨਸ ਨੇ ਜੀ। ਫਸਟ ਹੈ ਟ੍ਰੇਡ ਇਨ ਵਿਜ਼ੀਬਲਸ। ਵਿਜ਼ੀਬਲਸ ਦਾ ਮਤਲਬ ਹੋ ਗਿਆ ਗੁੱਡਸ, ਕੋਈ ਵੀ ਸਾਡੇ ਕੋਲੇ ਗੁੱਡ ਆ, ਚਾਹੇ ਕੋਈ ਕੱਪੜਾ ਲੀੜਾ ਹੈ ਨਾ, ਚਾਹੇ ਕੋਈ ਇੰਡਸਟਰੀਅਲ ਪ੍ਰੋਡਕਟ ਆ, ਕੋਈ ਵੀ ਜਿਹੜੀ ਫਿਜ਼ੀਕਲ ਗੁੱਡ ਆ, ਕੋਈ ਫਿਜ਼ੀਕਲ ਕੋਈ ਚੀਜ਼ ਆ ਸਾਡੀ ਹੈ ਨਾ, ਕੋਈ ਫਿਜ਼ੀਕਲ ਮੈਟਰ ਆ ਜਿਹੜਾ ਅਸੀਂ ਬਾਹਰ ਭੇਜ ਰਹੇ ਹਾਂ ਫਿਜ਼ੀਕਲ, ਉਹਨੂੰ ਅਸੀਂ ਕਹਿੰਦੇ ਹਾਂ ਵਿਜ਼ੀਬਲਸ ਜਿਹੜੇ ਸਾਨੂੰ ਦਿਖਦੇ ਨੇ, ਇਹਨੂੰ ਗੁੱਡਸ ਕਹਿ ਦਿੰਦੇ ਆ। ਦੈਨ ਸੈਕਿੰਡ ਹੋ ਗਿਆ ਸਾਡੇ ਕੋਲੇ ਟ੍ਰੇਡ ਇਨ
ਇਨਵਿਜ਼ੀਬਲਸ मतलब ਸਰਵਿਸਿਜ਼, ਜਿਹੜੀਆਂ ਸਾਡੀਆਂ ਸਰਵਿਸਿਜ਼ ਦੀ ਟ੍ਰੇਡ ਹੋ ਰਹੀ ਹੈ, ਮਤਲਬ ਅਸੀਂ ਕਿਸੇ ਬਾਹਰਲੀ ਕੰਟਰੀ ਨੂੰ ਲੇਬਰ ਪ੍ਰੋਵਾਈਡ ਕਰ ਰਹੇ ਹਾਂ, ਬਾਹਰਲੀ ਕੰਟਰੀ ਨੂੰ ਹਸਪਿਟੈਲਿਟੀਜ਼ ਪ੍ਰੋਵਾਈਡ ਕਰ ਰਹੇ ਹਾਂ, ਬਾਹਰਲੀ ਕੰਟਰੀ ਨੂੰ ਐਜੂਕੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਜਾਂ ਹੈਲਥ ਕੇਅਰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਜਾਂ ਉਹਨਾਂ ਤੋਂ ਕੋਈ ਇੱਦਾਂ ਦੀਆਂ ਸਰਵਿਸਿਜ਼ ਅਸੀਂ ਲੈ ਰਹੇ ਹਾਂ, ਉਹ ਹੋ ਗਈਆਂ ਟ੍ਰੇਡ ਇਨ ਇਨਵਿਜ਼ੀਬਲਸ। ਦੈਨ ਥਰਡ ਕੰਪੋਨੈਂਟ ਹੁੰਦਾ ਜੀ ਟ੍ਰਾਂਸਫਰ ਪੇਮੈਂਟਸ। ਟ੍ਰਾਂਸਫਰ ਪੇਮੈਂਟ ਸਾਡੀਆਂ ਵਨ ਸਾਈਡਡ ਪੇਮੈਂਟਸ ਹੁੰਦੀਆਂ ਨੇ, ਜਿਹੜੀਆਂ ਇੱਕ ਕੰਟਰੀ ਦੂਸਰੀ ਕੰਟਰੀ ਨੂੰ ਦਿੰਦੇ ਆ, ਠੀਕ ਹੈ। ਮਤਲਬ ਕਿ ਜਿਵੇਂ ਆਪਾਂ ਕਹਿ ਲਈਏ ਪਿੱਛੇ ਜੇ ਨੇਪਾਲ ਦੇ ਵਿੱਚ ਅਰਥਕੁਇਕ ਆਇਆ ਸੀ, ਤਾਂ ਇੰਡੀਆ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਦਿੱਤੀ ਕੁਛ ਮੋਨੇਟਰੀ ਟਰਮਸ ਦੇ ਵਿੱਚ, ਉਹ ਕੁਛ ਵੀ ਸੀਗੀ ਹੈ ਨਾ, ਚਲੋ ਕੋਈ ਵੀ ਅਮਾਊਂਟ ਹੋ ਸਕਦੀ ਆ, ਉਹ 500 ਕਹਿ ਲਓ ਜਾਂ 500 ਕਰੋੜ ਰੁਪੀਜ਼ ਸੀਗੇ ਦੇਤੇ ਉਹਨਾਂ ਨੂੰ, ਉਹਨੂੰ ਅਸੀਂ ਕਹਿੰਦੇ ਹਾਂ ਟ੍ਰਾਂਸਫਰ ਪੇਮੈਂਟ। ਜਿਹੜੀ ਵਨ ਸਾਈਡਡ ਪੇਮੈਂਟ ਆ, ਦੂਸਰੀ ਕੰਟਰੀ ਜਿਹਨੂੰ ਅਸੀਂ ਦਿੱਤੀ ਆ ਉਹਨਾਂ ਨੇ ਸਾਨੂੰ ਉਹ ਅਮਾਊਂਟ ਵਾਪਸ ਨਹੀਂ ਕਰਨੀ, ਠੀਕ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਟ੍ਰਾਂਸਫਰ ਪੇਮੈਂਟ, ਜਿਹੜੀਆਂ ਵਨ ਸਾਈਡਡ ਪੇਮੈਂਟਸ ਹੁੰਦੀਆਂ ਨੇ। ਸੋ ਇਹ ਤਿੰਨ ਕੰਪੋਨੈਂਟ ਨੇ ਕਰੰਟ ਅਕਾਊਂਟ ਦੇ ਵਿੱਚ। ਜੇ ਇਹਨਾਂ ਤਿੰਨਾਂ ਦੇ ਬੇਸਿਸ ਦੇ ਉੱਪਰ ਹੀ ਸਾਡੇ ਜਿਹੜੀ ਅਕਾਊਂਟ ਆ, ਟ੍ਰਾਂਸਫਰ ਪੇਮੈਂਟ ਐਂਡ ਇਨਕਮ ਜਿਹੜੀ ਹੋਊਗੀ ਸਾਡੇ ਕੋਲੇ, ਜਾਂ ਇਨਵੈਸਟਮੈਂਟਸ ਕਹਿ ਲਈਏ, ਇਹਦੇ 'ਚ ਸਾਡੇ ਕੋਲੇ ਜਿਹੜਾ ਜੇ ਇਹਨਾਂ ਦੀ ਅਮਾਊਂਟ ਵੱਧਦੀ ਘਟਦੀ ਆ, ਉਹਦੇ ਨਾਲ ਸਾਡਾ ਕਰੰਟ ਅਕਾਊਂਟ ਡੈਫਿਸਿਟ ਹੋਣਾ ਕਿ ਸਰਪਲਸ ਹੋਣਾ ਕਿ ਬੈਲੈਂਸ ਹੋਣਾ, ਉਹ ਡਿਪੈਂਡ ਕਰਦਾ। ਮਤਲਬ ਜਿੰਨੀ ਸਾਡੀ ਗੁੱਡਸ ਦਾ ਐਕਸਪੋਰਟ ਕਰ ਰਹੇ ਹਾਂ, ਜਿੰਨਾ ਅਸੀਂ ਐਕਸਪੋਰਟ ਕਰ ਰਹੇ ਹਾਂ ਉਹਦੇ ਤੋਂ ਜ਼ਿਆਦਾ ਜੇ ਅਸੀਂ ਇੰਪੋਰਟ ਕਰਾਂਗੇ ਤਾਂ ਵਿਜ਼ੀਬਲ ਗੁੱਡਸ ਦੇ ਵਿੱਚ ਸਾਡਾ ਡੈਫਿਸਿਟ ਹੋ ਜਾਊਗਾ। ਜੇ ਅਸੀਂ ਟ੍ਰੇਡ ਇਨ ਸਰਵਿਸਿਜ਼ ਦੀ ਗੱਲ ਕਰੀਏ ਵੀ ਅਸੀਂ ਸਰਵਿਸਿਜ਼ ਬਾਹਰ ਪ੍ਰੋਵਾਈਡ ਜ਼ਿਆਦਾ ਕਰ ਰਹੇ ਹਾਂ ਮੋਨੇਟਰੀ ਵੈਲਿਊ ਦੇ ਵਿੱਚ ਐਜ਼ ਕੰਪੇਅਰ ਜਿੰਨੀਆਂ ਸਰਵਿਸਿਜ਼ ਉਹਨਾਂ ਤੋਂ ਲੈ ਰਹੇ ਹਾਂ, ਤਾਂ ਜਿਹੜੀ ਸਾਡੀ ਟ੍ਰੇਡ ਇਨ ਇਨਵਿਜ਼ੀਬਲਸ ਆ ਉਹ ਸਾਡੀ ਸਰਪਲਸ ਹੋ ਜੂ। ਸੋ ਉਸੇ ਤਰ੍ਹਾਂ ਇਹ ਵੀ ਸਰਪਲਸ ਤੇ ਡੈਫਿਸਿਟ ਕੁਝ ਵੀ ਹੋ ਸਕਦਾ, ਇਹਨਾਂ ਤਿੰਨਾਂ ਦੇ ਐਗਰੀਗੇਟ ਦੇ ਉੱਪਰ ਡਿਪੈਂਡ ਕਰਦਾ ਸਾਡੇ ਕਰੰਟ ਅਕਾਊਂਟ ਦਾ ਸਟੇਟਸ। ਉਹ ਸਰਪਲਸ ਵੀ ਹੋ ਸਕਦਾ, ਉਹ ਡੈਫਿਸਿਟ ਵੀ ਹੋ ਸਕਦਾ, ਠੀਕ ਹੈ। ਫਿਰ ਅਸੀਂ ਗੱਲ ਕਰਦੇ ਹਾਂ ਜੀ ਕੈਪੀਟਲ ਅਕਾਊਂਟ ਦੀ। ਇਹਦੇ 'ਚ ਮੇਨ ਚਾਰ ਚੀਜ਼ਾਂ ਨੇ ਸਾਡੀਆਂ। ਐਕਸਟਰਨਲ ਕਮਰਸ਼ੀਅਲ ਬੋਰੋਇੰਗਸ, ਜਿਹਨੂੰ ਅਸੀਂ ECBs ਕਹਿ ਦਿੰਦੇ ਹਾਂ, ਠੀਕ ਹੈ। ਐਕਸਟਰਨਲ ਕਮਰਸ਼ੀਅਲ ਬੋਰੋਇੰਗਸ ਉਹ ਹੁੰਦੀਆਂ ਨੇ ਜਿਹੜੀਆਂ ਅਸੀਂ ਵਾਪਸ ਕਰਨੀਆਂ ਹੋਣ। ਟ੍ਰਾਂਸਫਰ ਪੇਮੈਂਟਸ ਉਹ ਹੁੰਦੀਆਂ ਨੇ ਜਿਹੜੀਆਂ ਅਸੀਂ ਵਾਪਸ ਨਹੀਂ ਕਰਨੀਆਂ, ਠੀਕ ਹੈ। ਐਕਸਟਰਨਲ ਕਮਰਸ਼ੀਅਲ ਜੋ ਮਤਲਬ ਕਮਰਸ਼ੀਅਲ ਬੇਸਿਸ ਤੇ ਸਾਡੀਆਂ ਕੁਝ ਇੰਡਸਟਰੀਅਲ ਯੂਨਿਟਸ ਨੇ ਜਾਂ ਸਾਡੇ ਪ੍ਰਾਈਵੇਟ ਇੰਸਟੀਚਿਊਟਸ ਨੇ, ਉਹਨਾਂ ਨੇ ਬਾਹਰਲੀਆਂ ਬੈਂਕਾਂ ਤੋਂ ਕੁਝ ਬੋਰੋ ਕੀਤਾ, ਲੋਨ ਲੈਤੇ ਨੇ, ਉਹਨਾਂ ਨੂੰ ਕਹਿੰਦੇ ਨੇ ਐਕਸਟਰਨਲ ਕਮਰਸ਼ੀਅਲ ਬੋਰੋਇੰਗਸ। ਦੈਨ ਸੋਵਰਨ ਬੋਰੋਇੰਗਸ, ਮਤਲਬ ਸੋਵਰਨ ਬੋਰੋਇੰਗਸ ਮਤਲਬ ਸਾਡੀ ਸਰਕਾਰ ਦੇ ਦੁਆਰਾ ਜਿਹੜੇ ਬਾਹਰੋਂ ਲੋਨ ਲੈਤੇ ਗਏ ਨੇ। ਸੋਵਰਨ ਮਤਲਬ ਹੁੰਦਾ ਸਰਕਾਰ ਦੇ ਨਾਲ ਜਿਹੜੀ ਸੰਬੰਧਿਤ ਹੋਵੇ ਚੀਜ਼, ਇਹ ਹੋ ਗਈਆਂ ਪ੍ਰਾਈਵੇਟ। ਦੈਨ ਸਾਡੇ ਕੋਲ FDI, ਫੋਰਨ ਡਾਇਰੈਕਟ ਇਨਵੈਸਟਮੈਂਟ, ਫੋਰਨ ਪੋਰਟਫੋਲੀਓ ਇਨਵੈਸਟਮੈਂਟ, ਇਹ ਹੋ ਗਏ। ਦੈਨ NRI ਡਿਪੋਜ਼ਿਟਸ, ਜਿਹੜੇ ਬਾਹਰਲੇ ਸਾਡੇ ਨਾਨ ਰੈਜ਼ੀਡੈਂਟ ਇੰਡੀਅਨਸ ਨੇ ਉਹ ਆਪਣੇ ਕੁਝ ਜਮ੍ਹਾਂ ਉਹ ਡਿਪੋਜ਼ਿਟ ਰੱਖਦੇ ਨੇ ਇੰਡੀਅਨ ਬੈਂਕਸ ਦੇ ਵਿੱਚ, ਉਹਨਾਂ ਨੂੰ ਕਹਿੰਦੇ ਅਸੀਂ NRI ਡਿਪੋਜ਼ਿਟਸ। ਇਹ ਹੁੰਦੇ ਨੇ ਜੀ ਕੈਪੀਟਲ ਅਕਾਊਂਟ ਦੇ ਕੰਪੋਨੈਂਟਸ, ਠੀਕ ਹੈ। ਇਹਨਾਂ ਦੇ ਡਿਪੈਂਡ ਜੇ ਇਹ ਵੀ ਆਪਣੇ ਕੋਲੇ ECB ਦਾ ਕੀ ਸਟੇਟਸ ਆ, ਸੋਵਰਨ ਬੋਰਿੰਗਸ ਦਾ ਕੀ ਸਟੇਟਸ ਆ, ਸਰਪਲਸ ਨੇ ਕਿ ਡੈਫਿਸਿਟ ਨੇ, ਉਹਨਾਂ ਸਾਰਿਆਂ ਦੇ ਐਗਰੀਗੇਟਡ ਸਟੇਟਸ ਦੇ ਉੱਪਰ ਡਿਪੈਂਡ ਕਰਦਾ ਸਟੇਟਸ ਆਫ ਕੈਪੀਟਲ ਅਕਾਊਂਟ। ਤੇ ਇਹਨਾਂ ਦੋਨਾਂ ਦੇ ਸਟੇਟਸ ਦੇ ਉੱਪਰ ਸਾਡਾ ਓਵਰਆਲ ਜੋ ਬੈਲੈਂਸ ਆਫ ਪੇਮੈਂਟ ਆ ਉਹਦਾ ਸਟੇਟਸ ਡਿਪੈਂਡ ਕਰਦਾ ਕਿ ਬੈਲੈਂਸ ਆਫ ਪੇਮੈਂਟ ਟ੍ਰੇਡ ਇਜ਼ ਇਨ ਸਰਪਲਸ ਔਰ ਇਜ਼ ਇਨ ਡੈਫਿਸਿਟ ਜਾਂ ਫਿਰ ਬੈਲੈਂਸ। ਜਦੋਂ ਸਰਪਲਸ ਹੋਊਗਾ ਉਹਦਾ ਮਤਲਬ ਹੈ ਵੀ ਜੋ ਸਾਡੀਆਂ ਬਾਹਰਲੀ ਇਕੋਨਮੀਜ਼ ਦੇ ਨਾਲ ਟ੍ਰਾਂਜੈਕਸ਼ਨਸ ਹੋਈਆਂ ਨੇ ਉਹ ਇੰਡੀਆ ਦੀ ਮੋਨੇਟਰੀ ਟਰਮਸ ਦੇ ਵਿੱਚ ਕਹਿ ਲਓ ਇੰਡੀਆ ਦੇ ਲਈ ਜ਼ਿਆਦਾ ਨੇ ਐਜ਼ ਕੰਪੇਅਰ ਟੂ ਜਿਹੜੀਆਂ ਅਸੀਂ ਬਾਹਰੋਂ ਪੇਮੈਂਟਸ ਕੀਤੀਆਂ ਨੇ, ਠੀਕ ਹੈ। ਬਾਹਰਲੀਆਂ ਕੰਟਰੀ ਨੂੰ ਪੇਮੈਂਟਸ ਅਦਾ ਕੀਤੀਆਂ ਨੇ ਟ੍ਰੇਡ ਦੇ ਖਾਤਰ, ਜਾਂ ਅਸੀਂ ਕੁਝ ਇੰਪੋਰਟ ਕੀਤਾ ਜਾਂ ਕੁਝ ਵੀ ਹੈ ਨਾ, ਉਹ ਉਹਦੇ ਨਾਲੋਂ ਜ਼ਿਆਦਾ ਉਹ ਪੇਮੈਂਟਸ ਨੇ ਜਿਹੜੀਆਂ ਸਾਨੂੰ ਰਿਸੀਵ ਹੋਈਆਂ ਨੇ। ਦੈਟ ਮੀਨਸ ਉਹਦੇ ਨਾਲ ਕੀ ਹੋਊ, ਸਾਡਾ ਓਵਰਆਲ ਬੈਲੈਂਸ ਆਫ ਪੇਮੈਂਟ ਆ ਜਿਹੜਾ ਉਹ ਸਰਪਲਸ ਦੇ ਵਿੱਚ ਚਲੇ ਜਾਊ। ਬੈਲੈਂਸ ਆਫ ਪੇਮੈਂਟ ਡੈਫਿਸਿਟ 'ਚ ਉਦੋਂ ਉਹ ਜਦੋਂ ਸਾਡੀਆਂ ਜਿਹੜੀਆਂ ਇਕਨੋਮਿਕ ਟ੍ਰਾਂਜੈਕਸ਼ਨਸ ਹੋਈਆਂ ਨੇ ਬਾਹਰਲੀਆਂ ਕੰਟਰੀਜ਼ ਦੇ ਨਾਲ, ਉਹਨਾਂ ਦੀ ਜਿਹੜੀ ਇਕਨੋਮਿਕ ਵੈਲਿਊ ਆ, ਇਕਨੋਮਿਕ ਟਰਮਸ ਦੇ ਵਿੱਚ ਜਿਹੜੀਆਂ ਇੰਡੀਆ ਨੇ ਪੇਮੈਂਟਸ ਕੀਤੀਆਂ ਨੇ ਉਹ ਜ਼ਿਆਦਾ ਨੇ ਐਜ਼ ਕੰਪੇਅਰ ਟੂ ਜਿਹੜੀਆਂ ਬਾਹਰੋਂ ਸਾਨੂੰ ਪੇਮੈਂਟਸ ਆਈਆਂ ਨੇ, ਤਾਂ ਉਸ ਕੇਸ ਦੇ ਵਿੱਚ ਸਾਡਾ ਬੈਲੈਂਸ ਆਫ ਪੇਮੈਂਟ ਆ ਜਿਹੜਾ ਉਹ ਡੈਫਿਸਿਟ ਹੋ ਜਾਊਗਾ। ਜੇ ਦੋਨੋਂ ਬਰਾਬਰ ਹੋਣ ਤਾਂ ਬੈਲੈਂਸ ਆਫ ਪੇਮੈਂਟ ਇਜ਼ ਇਨ ਬੈਲੈਂਸ। ਤੇ ਹੁਣ ਅਸੀਂ ਗੱਲ, ਇਹ ਸਾਡਾ ਹੋ ਗਿਆ it has two components, one is current account and another one is capital account. Current account is a statement of economic transactions held between a country and outside world in following three segments. ਕਿਹੜੀਆਂ segments ਨੇ ਤੁਹਾਨੂੰ ਦੱਸੀਆਂ, invisibles and transfers and incomes, ਠੀਕ ਹੈ। then next ਸਾਡੇ ਕੋਲ ਆ ਜਾਂਦਾ ਜੀ capital account। capital account 'ਚ ਕਿਹੜੀਆਂ ਟ੍ਰਾਂਜੈਕਸ਼ਨਸ ਨੇ, capital account ਦੇ ਵਿੱਚ ਸਾਡੀਆਂ ਮੇਨ ਟ੍ਰਾਂਜੈਕਸ਼ਨਸ ਨੇ ਜਿਹੜੀਆਂ ਉਹ ਤੁਹਾਨੂੰ ਦੱਸਤੀਆਂ।
external commercial borrowings, foreign direct investments, foreign portfolio investments, NRI deposits। ਤੇ ਇਹਦੇ ਰਿਲੇਟਡ ਹੀ ਇੱਕ ਹੋਰ ਟਰਮ ਆ ਸਾਡੇ ਕੋਲੇ ਟਵਿਨ ਡੈਫਿਸਿਟ, ਵੈਰੀ ਇੰਪੋਰਟੈਂਟ, ਬਹੁਤ ਜ਼ਰੂਰੀ ਆ ਸਾਡੇ ਲਈ, ਬਹੁਤ ਸਾਨੂੰ ਪਤਾ ਹੋਣੀ ਚਾਹੀਦੀ ਹੈ, ਸਾਡੇ ਪੇਪਰ ਲਈ ਬਹੁਤ ਇੰਪੋਰਟੈਂਟ ਹੈ ਜੀ ਇਹ ਟਵਿਨ ਡੈਫਿਸਿਟ। ਟਵਿਨ ਡੈਫਿਸਿਟ ਦਾ ਮਤਲਬ ਹੁੰਦਾ ਕਰੰਟ ਅਕਾਊਂਟ ਡੈਫਿਸਿਟ, ਜਿਹੜਾ ਅਸੀਂ ਡਿਟੇਲ 'ਚ ਪੜ੍ਹ ਲਿਆ ਹੁਣ ਵੀ ਕਰੰਟ ਅਕਾਊਂਟ ਡੈਫਿਸਿਟ ਕੀ ਹੁੰਦਾ, ਪਲੱਸ ਫਿਸਕਲ ਅਕਾਊਂਟ ਡੈਫਿਸਿਟ। ਦੋ ਅਕਾਊਂਟ ਨੇ ਜਦੋਂ ਦੋਨੋਂ ਡੈਫਿਸਿਟ ਦੇ ਵਿੱਚ ਹੋਣ ਤਾਂ ਉਹਨੂੰ ਅਸੀਂ ਕਹਿੰਦੇ ਆ ਟਵਿਨ ਡੈਫਿਸਿਟ। ਕਿਹੜੇ ਕਿਹੜੇ ਅਕਾਊਂਟ ਨੇ? ਵਨ ਇਜ਼ ਕਰੰਟ ਅਕਾਊਂਟ, ਜਦੋਂ ਕਰੰਟ ਅਕਾਊਂਟ ਦਾ ਸਟੇਟਸ ਡੈਫਿਸਿਟ 'ਚ ਆ ਉਹਦੇ ਨਾਲ ਸਾਰਾ ਜਿਹੜਾ ਫਿਸਕਲ ਅਕਾਊਂਟ ਆ, ਫਿਸਕਲ ਅਕਾਊਂਟ ਦਾ ਸਟੇਟਸ ਵੀ ਡੈਫਿਸਿਟ 'ਚ ਹੋਵੇ ਤਾਂ ਉਹਨਾਂ ਦੋਨਾਂ ਡੈਫਿਸਿਟਸ ਨੂੰ ਕਲੈਕਟਿਵਲੀ ਅਸੀਂ ਕਹਿੰਦੇ ਆ ਟਵਿਨ ਡੈਫਿਸਿਟ। ਤੇ ਜੇ ਗੱਲ ਕਰੀਏ ਫਿਸਕਲ ਡੈਫਿਸਿਟ ਦੀ ਤਾਂ ਫਿਸਕਲ ਡੈਫਿਸਿਟ ਕੀ ਹੈ ਜੀ? ਜਿਹੜੀ ਫਿਸਕਲ ਟਰਮ ਆ ਨਾ, ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਫਿਸਕਲ ਤੇ ਮੋਨਿਟਰੀ। ਮੋਨਿਟਰੀ ਇਜ਼ concerned with RBI and fiscal. The term fiscal is related to the activities of the government. ठीक है जी। fiscal fiscal ਦਾ ਮਤਲਬ ਹੁੰਦਾ ਗਵਰਨਮੈਂਟ ਦੇ ਐਕਸਪੈਂਡੀਚਰਸ, ਗਵਰਨਮੈਂਟਸ ਐਕਸਪੈਂਡੀਚਰ ਐਂਡ ਗਵਰਨਮੈਂਟਸ ਰੈਵਨਿਊ। ਮਤਲਬ ਸਰਕਾਰ ਦਾ ਖਰਚਾ ਕਿੰਨਾ ਗਾ ਤੇ ਸਰਕਾਰ ਦੀ ਆਮਦਨ ਕਿੰਨੀ ਆ, ਉਹੜੀਆਂ ਇਹਨਾਂ ਦੇ ਨਾਲ ਜੋ ਇਹਨਾਂ ਦੋਨਾਂ ਦੇ ਨਾਲ ਜੋ ਪਾਲਿਸੀ ਡੀਲ ਕਰਦੀ ਹੈ ਉਹਨੂੰ ਕਹਿੰਦੇ ਅਸੀਂ ਫਿਸਕਲ ਪਾਲਿਸੀ। ਠੀਕ ਹੈ ਜੀ। ਫਿਸਕਲ ਪਾਲਿਸੀ ਜਾਂ ਫਿਸਕਲ ਆ ਜਿਹੜੀ ਉਹ ਦ ਟਰਮ ਫਿਸਕਲ, ਇਹਦਾ ਮਤਲਬ ਹੈ ਗਵਰਨਮੈਂਟ ਦਾ ਐਕਸਪੈਂਡੀਚਰ ਤੇ ਗਵਰਨਮੈਂਟ ਦਾ ਰੈਵਨਿਊ। ਜਦੋਂ ਤਾਂ ਗਵਰਨਮੈਂਟ ਦਾ ਜਿਹੜਾ ਐਕਸਪੈਂਡੀਚਰ ਆ, ਗਵਰਨਮੈਂਟ ਦੇ ਖਰਚੇ ਨੇ, ਉਹ ਜ਼ਿਆਦਾ ਹੋਣ ਗਵਰਨਮੈਂਟ ਦੇ ਰੈਵਨਿਊ ਤੋਂ, that means our fiscal account is in deficit। ਠੀਕ ਹੈ ਜੀ। ਤੇ ਜਦੋਂ ਸਾਡੇ ਗਵਰਨਮੈਂਟ ਦੇ ਐਕਸਪੈਂਡੀਚਰਸ ਗਵਰਨਮੈਂਟ ਦੇ ਰੈਵਨਿਊ ਨਾਲੋਂ ਘੱਟ ਹੋਣ, that means fiscal account is in surplus। ਠੀਕ ਹੈ। ਰੈਵਨਿਊ ਦੇ ਸੋਰਸਸ ਬਹੁਤ ਹੋ ਸਕਦੇ ਨੇ, ਉਹ ਚਲੋ ਇਕਨੋਮੀ ਦੀ ਕਲਾਸਿਸ ਜਾ ਕੇ ਤੇ ਫੇਰ ਡਿਸਕਸ ਕਰਾਂਗੇ, ਜੇ ਹੁਣ ਕਰਨ ਲੱਗੇ ਤਾਂ ਜ਼ਿਆਦਾ ਲੈਂਦੀ ਹੋ ਜੂ। ਤੇ ਉਸੇ ਤਰ੍ਹਾਂ ਐਕਸਪੈਂਡੀਚਰ ਦੇ ਵੀ ਬਹੁਤ ਜ਼ਿਆਦਾ ਹੋ ਸਕਦੇ ਨੇ ਸੈਕਟਰ ਜਿੱਥੇ ਗਵਰਨਮੈਂਟ ਐਕਸਪੈਂਡ ਕਰਦੀ ਹੈ। ਠੀਕ ਹੈ। ਜਦੋਂ ਫਿਸਕਲ ਡੈਫਿਸਿਟ, ਫਿਸਕਲ ਅਕਾਊਂਟ ਡੈਫਿਸਿਟ ਪਲੱਸ ਕਰੰਟ ਅਕਾਊਂਟ ਡੈਫਿਸਿਟ, ਇਹਨੂੰ ਅਸੀਂ ਕਹਿੰਦੇ ਹਾਂ ਜੀ ਟਵਿਨ ਡੈਫਿਸਿਟ। ਇਹ ਇਸੇ ਤਰ੍ਹਾਂ ਪੁੱਛਿਆ ਜਾ ਸਕਦਾ ਤੁਹਾਨੂੰ। ਠੀਕ ਹੈ। ਟਵਿਨ ਡੈਫਿਸਿਟ ਇਜ਼ ਫਿਸਕਲ ਅਕਾਊਂਟ ਡੈਫਿਸਿਟ ਪਲੱਸ ਕਰੰਟ ਅਕਾਊਂਟ ਡੈਫਿਸਿਟ। ਤੇ ਹੁਣ ਸਾਡੇ ਜੋ ਨੈਕਸਟ ਟੌਪਿਕ ਆ ਸਾਡਾ, ਦੈਟ ਇਜ਼ ਸਮੱਖਾ ਸਾਰਾਲਾਮਾ ਯਾਤਰਾ, ਵੈਰੀ ਇੰਪੋਰਟੈਂਟ। ਇਹ ਸਾਡੇ ਕਲਚਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ ਜੀ। ਆਲਦੋ ਇਟ ਇਜ਼ ਨਾਟ ਡਾਇਰੈਕਟ, ਇਟ ਇਜ਼ ਨਾਟ ਰਿਲੇਟਡ ਟੂ ਪੰਜਾਬ, ਬਟ ਕੁਛ ਜਿਵੇਂ ਕਹਿ ਲਏ ਵੀ ਤੁਹਾਨੂੰ ਪਹਿਲਾਂ ਦੱਸਿਆ, ਜਿਵੇਂ ਇੰਡੀਆ ਦੇ ਕੰਸਰਨ ਕੰਟੈਕਸਟ ਦੇ ਵਿੱਚ ਵੀ ਕੁਛ ਇੱਦਾਂ ਦੀਆਂ ਨਿਊਜ਼ ਨੇ ਜਿਹੜੀਆਂ ਸਾਡੇ ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ, ਤੇ ਉਹਨਾਂ 'ਚੋਂ ਇੱਕ ਹੈ ਸਮੱਖਾ ਸਾਰਾਲਾਮਾ ਯਾਤਰਾ, ਅ ਟਰਾਈਬਲ ਯਾਤਰਾ ਆਫ ਤੇਲੰਗਾਨਾ। ਸਾਨੂੰ ਪਤਾ ਹੋਣਾ ਚਾਹੀਦਾ ਕਿੱਥੋਂ ਦੀ, ਕਿਹੜੀ ਸਟੇਟ ਦੀ ਹੈ ਜੀ ਇਹ ਇੱਕ ਕਲਚਰਲ ਫੈਸਟੀਵਲ ਆ, ਕਲਚਰਲ ਫੇਅਰ ਆ ਤੇਲੰਗਾਨਾ ਦਾ, ਆਲਸੋ ਨੋਨ ਐਜ਼ ਮੇਦਾਰਾਮ ਯਾਤਰਾ। ਮੇਦਾਰਾਮ ਦਾ ਇਲਾਕਾ ਜਿੱਥੇ ਯਾਤਰਾ ਕੰਡਕਟ ਕੀਤੀ ਜਾਂਦੀ, ਜਿੱਥੇ ਯਾਤਰਾ ਹੁੰਦੀ ਹੈ, ਇਹ ਤਾਂ ਕਰਕੇ ਇਹਨੂੰ ਕਹਿੰਦੇ ਆ ਮੇਦਾਰਾਮ ਯਾਤਰਾ। ਐਂਡ ਇਟ ਇਜ਼ ਇੰਡੀਆਜ਼ ਸੈਕਿੰਡ ਲਾਰਜੈਸਟ ਫੇਅਰ ਆਫਟਰ ਕੁੰਭ ਮੇਲਾ। ਕੁੰਭ ਮੇਲਾ ਦੇ ਬਾਅਦ, ਕੁੰਭ ਦੇ ਮੇਲੇ ਤੋਂ ਬਾਅਦ ਜੇ ਲਾਰਜੈਸਟ, ਸੈਕਿੰਡ ਲਾਰਜੈਸਟ ਫੇਅਰ ਆ ਤਾਂ ਉਹ ਹੈ ਜੀ ਸਮੱਖਾ ਸਾਰਾਲਾਮਾ ਯਾਤਰਾ। ਤੇ ਇਹਨੂੰ ਅਸੀਂ ਵਰਲਡ ਦਾ ਲਾਰਜੈਸਟ ਟਰਾਈਬਲ ਫੈਸਟੀਵਲ ਵੀ ਮੰਨਦੇ ਹਾਂ, ਵੈਰੀ ਇੰਪੋਰਟੈਂਟ, ਤੁਹਾਨੂੰ ਪਤਾ ਹੋਣਾ ਚਾਹੀਦਾ। ਵਰਲਡਜ਼ ਲਾਰਜੈਸਟ ਟਰਾਈਬਲ ਫੈਸਟੀਵਲ ਇਜ਼ ਸਮੱਖਾ ਸਾਰਾਲਾਮਾ ਯਾਤਰਾ ਆਫ ਤੇਲੰਗਾਨਾ। ਇਹਨੂੰ ਕਿਹੜੀ ਟਰਾਈਬ ਪਰਫਾਰਮ ਕਰਦੀ ਹੈ ਜਾਂ ਕਿਹੜੀ ਟਰਾਈਬ ਦੇ ਨਾਲ ਰਿਲੇਟਡ ਹੈ ਜੀ? ਇਟ ਇਜ਼ ਰਿਲੇਟਡ ਟੂ ਕੋਇਆ ਟਰਾਈਬ। ਕੋਇਆ ਟਰਾਈਬ ਜੋ ਤੇਲੰਗਾਨਾ ਦੇ ਵਿੱਚ ਮਿਲਦੀ ਆ, ਉਸ ਟਰਾਈਬ ਦਾ ਇਹ ਕਲਚਰਲ ਫੇਅਰ ਆ ਸਮੱਖਾ ਸਾਰਾਲਾਮਾ ਯਾਤਰਾ। ਸਮੱਖਾ ਐਂਡ ਸਾਰਾਲਾਮਾ, these are two deities associated with it। ਦੋ ਫੀਮੇਲ ਡਾਇਟੀਜ਼ ਨੇ, ਜਿਵੇਂ ਕਹਿ ਲਓ ਦੇਵੀਆਂ ਨੇ ਜੋ ਇਸ ਯਾਤਰਾ ਦੇ ਨਾਲ ਐਸੋਸੀਏਟਡ ਨੇ, ਯਾਤਰਾ ਦੇ ਨਾਲ। ਠੀਕ ਹੈ। ਦੇਵੀਆਂ ਨੇ ਦੋ ਫੀਮੇਲ ਡਾਇਟੀਜ਼, ਸਮੱਖਾ ਐਂਡ ਸਾਰਾਲਾਮਾ, ਇਹ ਦੋਨੋਂ ਮਾਂ ਧੀ ਨੇ। ਦੈਨ ਫਿਰ ਆਪਣੇ ਕੋਲ ਆ ਜਾਂਦਾ ਜੀ ਵਦਰਾਚਲਮ। ਇਹ ਇੱਕ ਇਹਦੇ ਨਾਲ ਇਹਦੇ ਕੰਟੈਕਸਟ ਦੇ ਵਿੱਚ ਇੱਕ ਟਰਮ ਆ, ਟਰਮ ਨਹੀਂ, ਇੱਕ ਹੋਰ ਇੰਪੋਰਟੈਂਟ ਫੈਕਟ ਆ ਸਾਡੇ ਲਈ। ਉਹ ਕੀ ਹੈ? that Bhadrachalam in Telangana is known as South's Ayodhya।
ਸਾਊਥ ਦਾ ਅਯੁੱਧਿਆ ਮੰਨਦੇ ਹਾਂ ਅਸੀਂ ਕਿਹਨੂੰ, ਭਦਰਾਚਲਮ, ਇਟ ਇਜ਼ ਇਨ ਤੇਲੰਗਾਨਾ। ਐਂਡ ਸਾਡਾ ਲਾਸਟ ਜਿਹੜਾ ਟੌਪਿਕ ਅੱਜ ਦਾ, ਦੈਟ ਇਜ਼ ਇੰਡੀਆ ਨੇਪਾਲ, ਕੁਝ ਇੰਪੋਰਟੈਂਟ ਪ੍ਰੋਜੈਕਟਸ ਨੇ। ਇਨ ਯੈਸਟਰਡੇਜ਼ ਹਿੰਦੂ ਨਿਊਜ਼ਪੇਪਰ ਦੇਅਰ ਵਾਜ਼ ਐਨ ਆਰਟੀਕਲ ਔਨ ਇੰਡੀਆ ਐਂਡ ਨੇਪਾਲ, ਬਿਕੋਜ਼ ਨੇਪਾਲ ਦੇ ਵਿੱਚ ਨਵੀਂ ਗਵਰਨਮੈਂਟ ਰੀਸੈਂਟਲੀ ਇਲੈਕਟ ਹੋਈ ਹੈ। ਸੋ ਉਹਦੇ ਕੰਟੈਕਸਟ ਦੇ ਵਿੱਚ ਉਹ ਆਰਟੀਕਲ ਸੀ, ਬਟ ਉਹਦੇ ਚੋਂ ਸਾਡੇ ਲਈ ਕੁਝ ਪ੍ਰੀ ਪੁਆਇੰਟ ਆਫ ਵਿਊ ਤੋਂ ਕੁਝ ਇੰਪੋਰਟੈਂਟ ਪ੍ਰੋਜੈਕਟਸ ਨੇ ਜਿਹੜੇ ਇੰਡੀਆ ਤੇ ਨੇਪਾਲ ਦੋਨੋਂ ਕਲੈਕਟਿਵਲੀ ਇੰਪਲੀਮੈਂਟ ਕਰ ਰਿਹਾ। ਕਿਹੜੇ ਕਿਹੜੇ ਨੇ ਜੀ ਉਹ? ਫਸਟ ਇਜ਼ ਮੋਤੀਹਾਰੀ ਅਮਲੇਖਗੰਜ ਆਇਲ ਪਾਈਪਲਾਈਨ। ਇਹ 2019 ਦੇ ਵਿੱਚ ਇਨੈਗੂਰੇਟ ਕੀਤੀ ਗਈ ਸੀ। ਮੋਤੀਹਾਰੀ ਇਜ਼ ਅ ਪਲੇਸ ਇਨ ਬਿਹਾਰ ਐਂਡ ਅਮਲੇਖਗੰਜ ਇਜ਼ ਇਨ ਨੇਪਾਲ। ਉੱਥੋਂ ਇੱਕ ਆਇਲ ਪਾਈਪਲਾਈਨ ਉੱਥੇ ਐਸਟੈਬਲਿਸ਼ ਕੀਤੀ ਗਈ, ਜਿਹੜੀ 2019 ਚ ਚਲਾਈ ਗਈ ਆ। ਦੈਨ 2022 ਦੇ ਵਿੱਚ ਵੈਰੀ ਇੰਪੋਰਟੈਂਟ ਜਯਾਨਗਰ ਐਂਡ ਬਰਦੀਵਾਸ ਰੇਲਵੇ ਲਿੰਕ। ਜਯਾਨਗਰ ਇਜ਼ ਇਨ ਵੈਸਟ ਬੰਗਾਲ, ਜਯਾਨਗਰ ਇਜ਼ ਇਨ ਵੈਸਟ ਬੰਗਾਲ ਐਂਡ ਬਰਦੀਵਾਸ ਇਜ਼ ਇਨ ਨੇਪਾਲ। ਇਹਨਾਂ ਦੋਨਾਂ ਦੇ ਵਿੱਚ ਇੱਕ ਰੇਲਵੇ ਲਿੰਕ ਸੈਟਅਪ ਕੀਤਾ ਗਿਆ 2022 ਦੇ ਵਿੱਚ ਸਟਾਰਟ ਕੀਤਾ ਗਿਆ, ਵੈਰੀ ਇੰਪੋਰਟੈਂਟ। ਦੈਨ ਅਰੁਣ 3, ਇਟ ਇਜ਼ ਅ 900 ਮੈਗਾਵਾਟ ਰਨ ਆਫ ਦਾ ਰਿਵਰ ਹਾਈਡਰੋ ਪਾਵਰ ਪ੍ਰੋਜੈਕਟ ਔਨ ਅਰੁਣ ਰਿਵਰ, ਜੋ ਈਸਟਰਨ ਨੇਪਾਲ ਦੇ ਵਿੱਚ ਆ। ਠੀਕ ਹੈ ਜੀ, ਅਰੁਣ ਰਿਵਰ ਇਜ਼ ਇਨ ਈਸਟਰਨ ਨੇਪਾਲ, ਜਿਹਦੇ ਉੱਪਰ ਇੰਡੀਆ ਦਾ ਇੱਕ ਇੰਡੀਅਨ ਸਾਡੀ ਏਜੰਸੀ ਆ, ਉਹ ਪਲੱਸ ਨੇਪਾਲ ਦੀ ਗਵਰਨਮੈਂਟ ਦੋਨੋਂ ਇਕੱਠੇ ਹੋ ਕੇ ਅਰੁਣ 3 ਇੱਕ ਰਨ ਆਫ ਦਾ ਰਿਵਰ 900 ਮੈਗਾਵਾਟ ਹਾਈਡਰੋ ਪਾਵਰ ਪ੍ਰੋਜੈਕਟ ਆ, ਜਿਹਨੂੰ 2023 ਦੇ ਵਿੱਚ ਉਮੀਦ ਹੈ ਕਿ ਸਟਾਰਟ ਹੋ ਜਾਊਗਾ। ਪਲੱਸ ਉੱਥੋਂ ਜਿਹੜੀ ਪਾਵਰ ਆ ਉਹ ਇੰਡੀਆ ਦੇ ਬਿਹਾਰ ਨੂੰ ਵੀ ਪ੍ਰੋਵਾਈਡ ਕੀਤੀ ਜਾਊ, ਵੈਰੀ ਇੰਪੋਰਟੈਂਟ। ਠੀਕ ਹੈ ਜੀ, ਇਹਨੂੰ ਇੰਪਲੀਮੈਂਟ ਕੌਣ ਕਰ ਰਿਹਾ ਜੀ? ਸਤਲੁਜ ਜਲ ਸਤਲੁਜ ਜਲ ਨਿਗਮ ਲਿਮਿਟਡ। ਇਹ ਇੰਡੀਆ ਦੀ ਇੱਕ ਬਾਡੀ ਆ, ਉਹ ਨੇਪਾਲ ਦੀ ਗਵਰਨਮੈਂਟ ਦੇ ਨਾਲ ਰਲ ਕੇ ਅਰੁਣ 3 ਰਨ ਆਫ ਦਾ ਰਿਵਰ। ਰਨ ਆਫ ਦਾ ਰਿਵਰ ਪ੍ਰੋਜੈਕਟ ਦਾ ਮਤਲਬ ਹੁੰਦਾ, ਕਿਉਂਕਿ ਇੱਕ ਤਾਂ ਜਿਹੜੇ ਹਾਈਡਰੋ ਪਾਵਰ ਪ੍ਰੋਜੈਕਟ ਹੁੰਦੇ ਨੇ ਜਿੱਥੇ ਆਪਾਂ ਇੰਬੈਂਕਮੈਂਟਸ ਕ੍ਰੀਏਟ ਕਰਕੇ ਵਾਟਰ ਸਟੋਰ ਕਰਦੇ ਆ, ਉਸ ਵਾਟਰ ਦੇ ਵਿੱਚੋਂ ਫਿਰ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਜਾਂਦੀ ਆ। ਇੱਕ ਹੁੰਦੇ ਨੇ ਰਨ ਆਫ ਦਾ ਰਿਵਰ। ਰਨ ਆਫ ਦਾ ਰਿਵਰ ਪ੍ਰੋਜੈਕਟ ਦਾ ਮਤਲਬ ਆ ਵੀ ਜਿਹੜਾ ਵਾਟਰ ਦਾ ਨੈਚੁਰਲ ਫਲੋ ਆ ਉਹਨੂੰ ਬਿਨਾਂ ਰੋਕੇ, ਬਿਨਾਂ ਕਿਸੇ ਇੰਬੈਂਕਮੈਂਟਸ ਦੇ, ਉਸ ਫਲੋ ਨੂੰ ਹੀ ਉਸੇ ਤਰ੍ਹਾਂ ਉਹਦੇ ਚੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਜਾ ਰਹੀ ਹੈ। ਠੀਕ ਹੈ, ਮਤਲਬ ਉਹ ਜਿਹੜਾ ਵਾਟਰ ਦਾ ਫਲੋ ਆ ਉਹ ਟਰਬਾਈਨਸ ਨੂੰ ਘੁਮਾ ਰਿਹਾ, ਜਿਹਦੇ ਨਾਲ ਇਲੈਕਟ੍ਰਿਸਿਟੀ ਪ੍ਰੋਡਿਊਸ ਹੋ ਰਹੀ ਹੈ। ਇਹ ਹੁੰਦੇ ਨੇ ਰਨ ਆਫ ਦਾ ਰਿਵਰ ਪ੍ਰੋਜੈਕਟ। ਸੋ ਇਹ ਤਿੰਨ ਮੇਨ ਸਾਨੂੰ ਇੰਡੀਆ ਨੇਪਾਲ ਰਿਲੇਸ਼ਨਸ ਦੇ ਵਿੱਚ ਆਪਾਂ ਲਿਖ ਸਕਦੇ ਹਾਂ। ਪਲੱਸ ਪ੍ਰੀ ਲਈ ਵੀ ਪੁੱਛੇ ਜਾ ਸਕਦੇ ਨੇ ਕਿ ਅਰੁਣ 3 ਪਾਵਰ ਪ੍ਰੋਜੈਕਟ ਕਿਹੜੀ ਕੰਟਰੀ ਦੇ ਵਿੱਚ ਆ, ਜਯਾਨਗਰ ਬਰਦੀਵਾਸ ਰੇਲਵੇ ਲਿੰਕ ਕਿਹੜੀਆਂ ਕਿਹੜੀਆਂ ਦੋ ਕੰਟਰੀਜ਼ ਨੂੰ ਲਿੰਕ ਕਰਦਾ, ਜਾਂ ਇੰਡੀਆ ਨੂੰ ਕਿਹੜੀ ਕੰਟਰੀ ਨਾਲ ਲਿੰਕ ਕਰਦਾ। ਠੀਕ ਹੈ ਜੀ, ਉਵੇਂ ਮੋਤੀਹਾਰੀ ਅਮਲੇਖਗੰਜ। ਸੋ ਇਟ ਵਾਜ਼ ਆਲ ਅਬਾਊਟ ਆ ਟੂਡੇਜ਼ ਕਰੰਟ ਅਫੇਅਰਸ ਕਲਾਸ। ਤੇ ਬਾਕੀ ਹੁਣ ਕੱਲ੍ਹ ਦਾ ਸੰਡੇ ਨੂੰ ਆਪਣੀ ਕਲਾਸ ਆਫ ਰਹੂਗੀ, ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਇਨ ਐਡਵਾਂਸ। ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ, ਤੇ ਜੋ ਵੀ ਤੁਸੀਂ ਆਪਣੇ ਟਾਰਗੇਟਸ ਮਿਥੇ ਨੇ ਉਹਨਾਂ ਲਈ ਤੁਹਾਨੂੰ ਹੋਰ ਮਿਹਨਤ ਕਰਨ ਦਾ ਜਜ਼ਬਾ ਮਿਲੇ ਇਸ ਸਾਲ ਦੇ ਵਿੱਚ, ਤੇ ਪਲੱਸ ਜੋ ਤੁਹਾਡੇ ਟਾਰਗੇਟਸ ਨੇ ਉਹ ਤੁਸੀਂ ਜ਼ਰੂਰ ਅਚੀਵ ਕਰੋ। ਸੋ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਹੱਸਦੇ ਵਸਦੇ ਰਹੋ, ਤੇ ਆਪਣੀ ਤਿਆਰੀ ਨੂੰ ਵਧੀਆ ਤਰੀਕੇ ਨਾਲ ਕਰਦੇ ਰਹੋ, ਪੜ੍ਹਦੇ ਰਹੋ, ਮਿਹਨਤ ਕਰਦੇ ਰਹੋ। ਠੀਕ ਹੈ ਜੀ, ਬਾਕੀ ਸੰਡੇ ਨੂੰ ਤੁਹਾਨੂੰ ਕੱਲ੍ਹ ਨੂੰ ਕੁਇਜ਼ ਵੀ ਪੋਸਟ ਕਰਾਂਗੇ ਟੈਲੀਗ੍ਰਾਮ ਚੈਨਲ 'ਤੇ, ਉਹ ਵੀ ਜ਼ਰੂਰ ਸਾਰੇ ਅਟੈਂਪਟ ਕਰਿਓ ਜੀ। ਥੈਂਕ ਯੂ ਵੈਰੀ ਮੱਚ।